ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵੀਰ ਜਿਸ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਕੱਲ ਅਸੀਂ ਵਿਸ਼ੇਸ਼ ਗੱਲਬਾਤ ਕੀਤੀ ਸੀ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਨਾਲ ਅਬਾਰ ਘੱਲੂਘਾਰਾ ਜੂਨ 84 ਸੰਬੰਧੀ। ਸੋ ਅੱਜ ਵੀ ਉਹ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਹਨ। ਆਓ ਅਸੀਂ ਉਹਨਾਂ ਨਾਲ ਆਪਣੇ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी रीत कौर जी, एक बार फिर ਤੁਹਾਨੂੰ ਵੀ और टीवी 84 ਨਿਊਜ਼ ਦੇ ਸਮੂਹ ਦਰਸ਼ਕਾਂ ਸਰੋਤਿਆਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਕੱਲ ਅਸੀਂ ਘੱਲੂਘਾਰਾ ਜੂਨ 84 ਸੰਬੰਧੀ ਗੱਲਬਾਤ ਕੀਤੀ ਸੀ। ਅੱਜ ਵੀ ਅਸੀਂ ਥੋੜੇ ਬਾਕੀ ਦੇ ਪਹਿਲੂਆਂ ਬਾਰੇ ਵੀ ਡੀਟੇਲ ਦੇ ਵਿੱਚ ਜਾਣਦੇ ਹਾਂ। ਜਿਸ ਤਰ੍ਹਾਂ ਜਦੋਂ ਵੀ ਅਸੀਂ ਘੱਲੂਘਾਰਾ ਜੂਨ 84 ਦੀ ਗੱਲ ਕਰਦੇ ਤਾਂ ਵੀ ਕਨਸਨਟ੍ਰੇਟ ਔਨ ਦਰਬਾਰ ਸਾਹਿਬ, ਪਰ ਉੱਥੇ ਕੀ ਹੋਇਆ ਸੀ, ਕੀ ਲੁੱਟਿਆ ਗਿਆ ਸੀ, ਕਿੰਨੇ ਸਿੰਘਣੀਆਂ ਨੇ ਸ਼ਹੀਦੀ ਪਾਈ ਸੀ। ਪਰ ਵਾਟ ਹੈਪਨ ਟੂ ਦ ਅਦਰ 37 ਗੁਰਦੁਆਰੇ ਜਿਹੜੇ ਸਾੜੇ ਗਏ ਸੀ ਜਾਂ ਲੁੱਟੇ ਗਏ ਸੀ, ਵੀ ਨੈਵਰ ਟਾਕ ਅਬਾਊਟ ਦੈਮ ਕਿ ਉੱਥੇ ਕੀ ਹੋਇਆ ਸੀ, ਉੱਥੇ ਕਿਸ ਤਰ੍ਹਾਂ ਲੋਕਾਂ ਨੇ ਸ਼ਹੀਦੀ ਪਾਈ ਸੀ, ਵਾਟ ਹੈਪਨ ਓਵਰ ਦੇ। ਐਂਡ ਵੀ ਨੈਵਰ ਹੈਵ ਐਨੀ ਐਕੂਰੇਟ ਇਨਫੋਰਮੇਸ਼ਨ ਕਿ 37 ਗੁਰਦੁਆਰੇ ਸੀ ਔਰ ਇਟ ਵਾਜ਼ ਲਾਈਕ ਮੋਰ ਦੈਨ 37 ਗੁਰਦੁਆਰੇ, ਕਿਉਂਕਿ ਸਾਰੇ ਡਿਫਰੈਂਟ ਇਨਫੋਰਮੇਸ਼ਨ ਦਿੰਦੇ। ਸੋ ਅਬਾਊਟ ਦੀਜ਼ ਗੁਰਦੁਆਰੇਜ਼ ਵੀ ਵਾਂਟ know the details from you। ਦੇਖੋ, ਤੁਹਾਡਾ ਬੜਾ ਢੁਕਵਾਂ ਸਵਾਲ ਹੈ। ਕਈ ਵਾਰ ਇਹ ਹੁੰਦਾ ਹੈ ਵੀ ਜਦੋਂ ਵੀ ਈਵਨ ਐਕਸੀਡੈਂਟ ਹੁੰਦਾ ਹੈ ਕਿਤੇ, ਤੇ ਜਿਹੜੀ ਤੁਹਾਡੀ ਮੇਨ ਸੱਟ ਹੁੰਦੀ ਹੈ, ਜੇ ਤੁਹਾਡੇ ਸਿਰ ਤੇ ਲੱਗੀ ਹੈ ਜਾਂ ਛਾਤੀ 'ਚ ਲੱਗੀ ਹੈ, ਤੇ ਸਾਰਾ ਧਿਆਨ ਉਹਨੂੰ ਕੰਟਰੋਲ ਕਰਨ ਤੇ ਜਾਂ ਉਹਦੀ ਚਰਚਾ ਤੇ ਹੀ ਰਹਿੰਦਾ ਹੈ। ਜਿਹੜੀਆਂ ਲੱਤਾਂ ਬਾਹਾਂ ਤੇ ਕੁਝ ਲੱਗਾ ਹੋਏ ਜਾਂ ਦੂਜਾ, ਉਹ ਸੈਕੰਡਰੀ ਚਲਾ ਜਾਂਦਾ ਹੈ। ਜੀ, ਮੈਂ ਸਮਝਦਾ ਵੀ ਜੂਨ 84 ਦੇ ਮਾਮਲੇ 'ਚ ਵੀ ਇਹ ਗੱਲ ਠੀਕ ਹੈ ਕਿ ਵੀ ਫੋਕਸ ਸਾਰਾ ਹਰਿਮੰਦਰ ਸਾਹਿਬ ਦੇ ਉੱਪਰ ਵੀ ਉੱਥੇ ਕੀ ਹੋਇਆ ਰਿਹਾ। ਬਾਕੀ ਗੁਰਦੁਆਰਾ ਸਾਹਿਬਾਨ ਬਾਰੇ ਬਹੁਤੀ ਚਰਚਾ ਨਹੀਂ ਹੋਈ। ਇਸੇ ਤਰ੍ਹਾਂ ਨਵੰਬਰ 84 'ਚ ਵੀ ਫੋਕਸ ਦਿੱਲੀ ਦੇ ਉੱਤੇ ਹੈ। ਹਾਲਾਂਕਿ ਹੋਰ ਵੀ ਕਾਨਪੁਰ, ਬੋਕਾਰੋ ਜਾਂ ਆਸਾਮ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਕੋਈ ਸਟੇਟ ਐਸੀ ਨਹੀਂ ਸੀ ਜਿੱਥੇ ਸਿੱਖਾਂ ਦਾ ਜਾਨੀ ਮਾਲੀ ਨੁਕਸਾਨ ਨਾ ਹੋਇਆ ਹੋਵੇ। ਪਰ ਕਿਉਂਕਿ ਮੈਗਨੀਚਿਊਡ ਰਿਲੇਟਿਵਲੀ ਘੱਟ ਸੀ, ਸੋ ਉਹ ਲਗਭਗ ਚਰਚਾ ਦੇ ਵਿੱਚ ਨਹੀਂ ਆਏ। ਜਾਂ ਹੁਣ ਉਹਨਾਂ ਦੀ ਚਰਚਾ ਸ਼ੁਰੂ ਹੋਈ ਹੈ, ਜਿਵੇਂ ਹੋਂਦ ਚੱਲੜ ਦੀ ਗੱਲ ਕਿ ਕਿਵੇਂ ਸਾਰੇ ਦਾ ਸਾਰਾ ਪਿੰਡ ਹੀ ਜਿਹੜਾ ਵਾਈਪ ਆਊਟ ਕਰ ਦਿੱਤਾ ਗਿਆ, ਹੁਣ ਸਾਹਮਣੇ ਆਈ ਹੈ। ਹੁਣ ਕੁਛ ਫੈਕਟ ਨੋਨ ਨੇ, ਕਿਉਂਕਿ ਜਿਹੜੇ 37 ਜ਼ਿਕਰ ਹੁੰਦਾ ਹੈ, ਕਿਉਂਕਿ ਮੈਨੂੰ ਯਾਦ ਹੈ ਵੀ ਵਾਈਟ ਪੇਪਰ ਸਰਕਾਰ ਨੇ 2 ਮਹੀਨੇ ਬਾਅਦ ਜਾਰੀ ਕੀਤਾ ਸੀ। ਅਸੀਂ ਉਹਦੇ ਜਵਾਬ 'ਚ ਜਿਹੜੇ ਉਸ ਵੇਲੇ ਥੋੜ੍ਹੇ ਬਹੁਤ ਅੰਡਰਗਰਾਊਂਡ ਰਹਿ ਕੇ ਐਕਟਿਵ ਸੀ ਇੰਟੈਲੈਕਚੁਅਲਸ, ਉਹਨਾਂ ਦੀ ਮਦਦ ਦੇ ਨਾਲ ਕਾਊਂਟਰ ਵਾਈਟ ਪੇਪਰ ਜਾਰੀ ਕੀਤਾ ਸੀ, ਜਿਹੜਾ ਕਿ ਨਵੰਬਰ ਦੇ ਪਹਿਲੇ ਦਿਨਾਂ ਦੇ ਵਿੱਚ ਜਾਰੀ ਕੀਤਾ ਗਿਆ। ਸੋ ਉਹਦੇ 'ਚ ਵੀ ਫਿਗਰ ਜਿਹੜੀ ਹੈ 37 ਦੀ ਸੀ। ਸੋ ਜਿਹੜੇ 38 ਫਿਗਰ ਹੁੰਦੀ ਹੈ, ਕਈ ਵਾਰੀ ਅਕਾਲ ਤਖਤ ਹਰਿਮੰਦਰ ਸਾਹਿਬ ਉਸ 37 ਦੇ ਵਿੱਚ ਪਲੱਸ ਇੱਕ, ਜਦੋਂ ਇਹ ਕਿਹਾ ਜਾਂਦਾ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ 37 ਹੋਰ ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ। ਦੂਸਰੀ ਡੀਟੇਲ ਜਿਹੜੀ ਸਾਹਮਣੇ ਹੈ ਉਹ ਇਹ ਹੈ ਕਿ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ ਤੋਂ ਬਿਨਾਂ, ਕਿਉਂਕਿ ਇੱਥੇ ਵੀ PSC ਵੀ ਲਿਆਂਦੀ ਗਈ ਔਰ ਵਿਜੈਂਤਾ ਟੈਂਕ ਵੀ ਲਿਆਂਦੇ ਗਏ। ਗੁਰਦੁਆਰਾ ਤਰਨਤਾਰਨ ਸਾਹਿਬ ਦੀਆਂ ਪ੍ਰਕਰਮਾਂ 'ਚ ਵੀ ਟੈਂਕ ਲਿਆਂਦੇ ਗਏ। ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਦੀਆਂ ਪ੍ਰਕਰਮਾਂ 'ਚ ਵੀ ਟੈਂਕ ਲਿਆਂਦੇ ਗਏ ਜੀ, ਔਰ ਗੁਰਦੁਆਰਾ ਮੁਕਤਸਰ ਦੀਆਂ ਪ੍ਰਕਰਮਾਂ 'ਚ ਵੀ ਟੈਂਕ ਲਿਆਂਦੇ ਗਏ। ਕੈਜੂਅਲਟੀਜ਼ ਕਿੰਨੀਆਂ ਹੋਈਆਂ, ਡੈਥਸ ਕਿੰਨੀਆਂ ਹੋਈਆਂ। 2-3 ਦਿਨ ਪਹਿਲਾਂ ਹੀ ਪਟਿਆਲੇ 'ਚ ਜਿਹੜੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਉਸ ਵੇਲੇ ਮੈਨੇਜਰ ਸੀ, ਉਹਨਾਂ ਦਾ ਇੱਕ ਆਰਟੀਕਲ ਪੰਜਾਬ ਸਪੈਕਟਰਮ ਦੇ ਉੱਤੇ ਆਇਆ। ਉਹਨਾਂ ਨੇ ਬੜੀ ਛੋਟੀ ਫਿਗਰ ਦਿੱਤੀ ਹੈ ਉਹਦੇ 'ਚ ਵੀ ਕਿ ਫਲਾਣਾ ਜਿਹੜਾ ਉਹ ਹੈਂਡੀਕੈਪ ਸੀ ਜਾਂ ਦੂਸਰਾ ਸੀ ਜਾਂ ਤੀਸਰਾ ਸੀ। ਇੱਕ ਹੋਰ ਹਿਸਟੋਰੀਕਲ ਪਰਸਪੈਕਟਿਵ 'ਚ ਮੈਂ ਦੇਖ ਰਿਹਾ ਸੀ ਕਿ ਉਹਨਾਂ ਨੇ ਜਿਹੜਾ ਤਰਨਤਾਰਨ ਸਾਹਿਬ ਦੇ ਸ਼ਹੀਦਾਂ ਦਾ ਜਾਂ ਦੁੱਖ ਨਿਵਾਰਨ ਪਟਿਆਲੇ ਦੇ ਜਾਂ ਮੁਕਤਸਰ ਦੇ 2-3 ਥਾਵਾਂ ਦੇ ਉਹਨਾਂ ਨੇ ਫਿਗਰ ਦਿੱਤੀ ਹੈ, ਉਹਦੇ 'ਚ ਨਾਮ ਵੀ ਦਿੱਤੇ ਨੇ ਕਿ ਫਲਾਣਾ ਸਿੰਘ ਫਲਾਣਾ ਸਿੰਘ। ਸੋ ਮੈਂ ਸਮਝਦਾ ਹਾਂ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਫੌਜ ਦੀ ਆਮਦ ਦੀ ਗੱਲ ਕਰਦੇ ਹਾਂ ਗੁਰਦੁਆਰਿਆਂ ਦੇ ਵਿੱਚ, ਉਹਦੇ 'ਚ ਸਿਰਫ ਪੰਜਾਬ ਦੇ ਗੁਰਦੁਆਰੇ ਸ਼ਾਮਲ ਨਹੀਂ ਜਿਹੜੇ ਸਬੂਤ 'ਚ ਨੇ। ਜਿਵੇਂ ਪੌਂਟਾ ਸਾਹਿਬ ਉਹ ਹਿਮਾਚਲ ਦੇ ਵਿੱਚ ਹੈ, ਉੱਥੇ ਵੀ ਫੌਜੀ ਐਕਸ਼ਨ ਹੋਇਆ। ਮੰਜੀ ਸਾਹਿਬ ਅੰਬਾਲੇ ਦੇ ਵਿੱਚ ਹੈ, ਉੱਥੇ ਵੀ ਫੌਜੀ ਐਕਸ਼ਨ ਹੋਇਆ। ਸੋ ਲੇਕਿਨ ਕਿਉਂਕਿ ਇੰਨਾ ਕੁ ਜੂਨ 84 ਤੋਂ ਬਾਅਦ ਉਹ ਹਟ ਤਾਂ ਨਹੀਂ ਗਏ। ਜੇ ਤਾਂ ਇੱਕੋ ਹੀ ਸਿੰਗਲ ਐਕਸ਼ਨ ਹੁੰਦਾ ਫਿਰ ਤੁਸੀਂ ਫੈਕਟ ਡਾਟਾ ਉਸ ਵੱਲ ਜਾਂਦੇ ਹੋ। ਨਸਲਕੁਸ਼ੀ ਦਾ ਦੌਰ ਅਗਲੇ ਜਿਹੜਾ ਪੂਰਾ ਦਹਾਕਾ ਇੰਨੇ ਜ਼ੋਰ ਨਾਲ ਚੱਲਦਾ ਰਿਹਾ ਕਿ ਬਾਕੀ ਡਾਟੇ ਵੱਲ ਤਾਂ ਕਿਸੇ ਦਾ ਧਿਆਨ ਹੀ ਨਹੀਂ ਗਿਆ। ਹਾਂਜੀ, ਹੁਣ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਥੋੜ੍ਹੀਆਂ ਬਹੁਤ ਐਕਟਿਵ ਹੈ। ਜਿਵੇਂ ਇੱਕ ਜਥੇਬੰਦੀ ਨੇ ਓਰਲ ਹਿਸਟਰੀ ਪ੍ਰੋਜੈਕਟ ਸ਼ੁਰੂ ਕੀਤਾ ਹੈ ਕਿ ਜਿਹੜੇ ਉਸ ਵੇਲੇ ਦੇ ਆਈ ਵਿਟਨੈਸ ਸੀ ਉਹਨਾਂ ਤੋਂ ਉਹਨਾਂ ਦੇ ਵੇਰਵੇ ਲੈਣਾ ਵੀ ਕੀ ਹੋਇਆ। ਨਹੀਂ ਤਾਂ ਇੱਕ ਅੱਧੀ ਰਿਪੋਰਟ ਆਪਰੇਸ਼ਨ ਇਨ ਪੰਜਾਬ ਆਈ ਸੀ, ਥੋੜ੍ਹੇ ਬਹੁਤ ਐਫੀਡੇਵਿਟ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਾਲਿਆਂ ਨੇ ਛਾਪੇ ਸੀ ਕਿ ਉਹ ਬਾਕੀ, ਨਹੀਂ ਤਾਂ ਇੰਨੇ ਵੱਡੇ ਲੈਵਲ ਦੇ ਉੱਤੇ ਹੋਇਆ ਹੋਏ ਬਾਕੀ ਤਾਂ ਜਰਨਲਿਸਟ ਨੇ ਰਹਿਣ ਨਹੀਂ ਦਿੱਤੇ। ਬ੍ਰਹਮ ਚਲਾਨੀ ਦਾ ਅਕਾਊਂਟ ਹੈ ਵੀ ਅੰਦਰ ਕੀ ਹੋਇਆ।
हाँ ਪਰ जी। ਕਿੰਨੇ ਵਿਟਨੈਸਸ, ਕਿੰਨੇ ਕੁ ਜਿਹੜੇ ਸਰਵਾਈਵਰ ਨੇ, ਜੋਧਪੁਰ ਜੇਲ੍ਹ ਵਾਲੇ 500-600 ਜਿਹੜਾ 400-500 ਆਲਮੋਸਟ ਸਾਰੇ ਬਾਅਦ ਦੇ ਵਿੱਚ ਕੋਈ 4 ਸਾਲ ਬਾਅਦ, ਕੋਈ 3 ਸਾਲ ਬਾਅਦ ਬਾਹਰ ਆਇਆ। जी। ਔਰ ਹੁਣ ਵੀ ਇਹ ਵੀ ਕਿਉਂਕਿ ਜਿਹੜਾ ਤੁਹਾਡਾ ਸਵਾਲ ਹੈ, ਮੈਂ ਉੱਥੇ ਜਿਹੜੇ ਕੁਝ ਐਕਟਿਵ ਸਾਡੇ ਕਾਰਕੁਨ ਨੇ ਜਥੇਬੰਦੀਆਂ ਦੇ, ਉਹਨਾਂ ਦੇ ਅਸੀਂ ਧਿਆਨ ਗੋਚਰੇ ਲਿਆਂਦੇ। ਔਰ ਆਉਣ ਵਾਲੇ ਦਿਨਾਂ 'ਚ ਸ਼ਾਇਦ ਜਦੋਂ ਤੱਕ ਅਸੀਂ ਅਗਲੀ ਕਦੇ ਗੱਲਬਾਤ ਕਰੀਏ, ਮੇ ਵੀ ਸਾਡੇ ਕੋਲ ਕੁਝ ਵੇਰਵੇ ਹੋਰ ਵੀ ਹੋਣ, हाँ जी। ਸੋ ਉਹ ਇਸ ਦੇ ਉੱਤੇ ਹੁਣ ਕੰਮ ਕਰਨ ਲੱਗੇ ਨੇ। जी। ਕਿਉਂਕਿ ਇਹੀ ਨਹੀਂ ਗੱਲ ਕਿ ਵੀ ਉਹ ਗੁਰਦੁਆਰਿਆਂ ਦੀ ਗਿਣਤੀ ਨਹੀਂ, ਮੈਂ ਤਾਂ ਈਵਨ ਇੱਕ ਸਟੈਪ ਹੋਰ ਅੱਗੇ ਜਾ ਕੇ ਦੇਖਦਾ ਹਾਂ हाँ जी। ਵੀ ਅਸੀਂ ਫਿਗਰ ਅੰਦਾਜ਼ਨ 1.5 ਲੱਖ ਦੇ ਕਰੀਬ ਦਿੰਦੇ ਹਾਂ ਕਿ ਜੀ। ਜਿਹੜੇ ਇਸ ਪੀਰੀਅਡ ਦੇ ਵਿੱਚ ਝੂਠੇ ਮੁਕਾਬਲਿਆਂ 'ਚ ਮਾਰੇ ਗਏ ਜਾਂ ਡਿਸਅਪੀਅਰ ਕੀਤੇ ਗਏ। 25,000 ਲਾਸ਼ਾਂ ਦੀ ਗੱਲ ਅਣਪਛਾਤੀਆਂ ਦੀ ਸਰਦਾਰ ਜਸਵੰਤ ਸਿੰਘ ਖਾਲੜਾ ਰਾਹੀਂ ਸਾਹਮਣੇ ਆਉਂਦੀ ਹੈ, जी। ਪਰ ਸਾਡੇ ਕੋਲ ਡਾਟਾ ਕਿੱਥੇ ਹੈ? ਜਿੰਨਾ 2,500 ਨਾਂ ਖਾਲੜਾ ਜੀ ਨੇ ਕਲੈਕਟ ਕੀਤਾ, ਵੌਇਸਸ ਫਾਰ ਫਰੀडम ਨੇ ਆਪਣਾ ਇੱਕ ਪ੍ਰੋਜੈਕਟ ਸਮੋਲਡਰਿੰਗ ਐਂਬਰ ਦੇ ਥੱਲੇ 800-900 ਹੋਰ ਦਿੱਤੇ। ਸੋ ਕੁੱਲ ਮਿਲਾ ਕੇ ਅਸੀਂ ਤਾਂ ਈਵਨ ਜਿਹੜੇ ਸਾਡੇ ਮਾਰੇ ਗਏ ਨੇ, ਜਿਹੜੇ ਸਾਡੇ ਵਿੱਚੋਂ ਗਏ, ਅਸੀਂ ਤਾਂ ਉਹਨਾਂ ਦਾ ਡਾਟਾ ਕਲੈਕਟ ਨਹੀਂ ਕੀਤਾ। ਕੱਲ ਨੂੰ ਸਾਨੂੰ ਇਹ ਚੈਲੰਜ ਕਰਦੇ ਆ, ਕਹਿਣਗੇ ਕਿ ਜੀ ਤੁਸੀਂ ਤਾਂ ਐਵੇਂ ਰੌਲਾ ਪਾਉਂਦੇ ਹੋ, ਉੱਥੇ ਤਾਂ ਮਰਿਆ ਹੀ ਕੋਈ ਨਹੀਂ ਸੀ ਜਾਂ ਕੋਈ ਡਿਸਅਪੀਅਰ ਨਹੀਂ ਹੋਇਆ। बिल्कुल। ਸੋ ਮੈਂ ਸਮਝਦਾ ਵੀ ਇਸ ਮੁੱਦੇ ਦੇ ਉੱਤੇ ਗੰਭੀਰ ਕੰਮ ਹੋਣ ਦੀ ਲੋੜ ਹੈ। हाँ ਔਰ जी। ਹੁਣ ਕੁਝ ਉਤਸ਼ਾਹੀ ਨੌਜਵਾਨ, ਉਤਸ਼ਾਹੀ ਬੀਬੀਆਂ, ਕੁਝ ਉਹਨੇ ਬਾਹਰਲੇ ਪੜ੍ਹੇ ਲਿਖੇ ਯੂਨੀਵਰਸਿਟੀਆਂ ਦੇ ਬੱਚੇ ਬੱਚੀਆਂ ਸ਼ਾਮਲ ਨੇ जी। ਇਸ ਪਾਸੇ ਵੱਲ ਡਾਟਾ ਕਲੈਕਸ਼ਨ। ਔਰ ਜਿਹਦੇ 'ਚ ਮੈਂ ਸਮਝਦਾ ਵੀ ਤੁਹਾਡਾ ਸਵਾਲ ਬੜਾ ਰੈਲੇਵੈਂਟ ਹੈ ਕਿ ਸਾਨੂੰ ਜੇ ਅਸੀਂ 37 ਫਿਗਰ ਦਿੰਦੇ ਤੇ ਜੀ। ਸਾਨੂੰ ਉਹਨਾਂ 37 ਦੀ ਲਿਸਟ ਵੀ ਦੇਣ ਦੀ ਲੋੜ ਹੈ बिल्कुल। ਕਿ ਜਿਨ੍ਹਾਂ ਦੇ ਵਿੱਚ ਫੌਜ ਨੇ ਦਖਲਅੰਦਾਜ਼ੀ ਕੀਤੀ। ਸੋ ਜੀ। ਮੇਰਾ ਖਿਆਲ ਹੈ ਆਉਣ ਵਾਲੇ ਦਿਨਾਂ 'ਚ ਇਸ ਸੰਬੰਧੀ ਕੋਈ ਚੰਗੀ ਗੱਲ ਅਸੀਂ ਕਰ ਸਕਾਂਗੇ। ਜੀ। ਤੇ ਡਾਕਟਰ ਸਾਹਿਬ, ਜਿਸ ਤਰ੍ਹਾਂ ਜੂਨ 84 ਦੀ ਗੱਲ ਕਰਦੇ ਕਿ ਕਿਸ ਤਰ੍ਹਾਂ ਭਾਰਤੀ ਫੌਜ ਨੇ ਟੈਂਕਾਂ ਤੋਪਾਂ ਦੇ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ, ਦਰਬਾਰ ਸਾਹਿਬ ਦੀ ਬੇਅਦਬੀ ਕੀਤੀ, ਜੁੱਤੇ ਲੈ ਕੇ ਅੰਦਰ ਆਏ, ਇਹ ਜਿਹੜੀ ਚੀਜ਼ ਹੁੰਦੀ ਹੈ ਫਿਰ ਵੀ ਹੋ ਸਕਦੀ ਵੀ ਕੋਈ ਸਰਕਾਰਾਂ ਚੇਂਜ ਹੁੰਦੀ, ਪਹਿਲਾਂ ਕਾਂਗਰਸ ਸਰਕਾਰ ਸੀ, ਹੁਣ ਬੀਜੇਪੀ ਸਰਕਾਰ ਆ ਰਹੀ ਹੈ, ਬਟ ਹਾਂ ਅਸੀਂ ਕਿਸ ਤਰ੍ਹਾਂ ਸਟਾਪ ਕਰ ਸਕਦੇ ਹਾਂ, ਇਸ ਬਾਰੇ ਵੀ ਅਸੀਂ ਗੱਲਬਾਤ ਕਰਨਾ ਚਾਹਾਂਗੇ। ਜਿਸ ਤਰ੍ਹਾਂ ਪਿਛਲੇ ਕੁਝ ਦਿਨ ਪਹਿਲਾਂ ਅਸੀਂ ਬੀਬੀ ਗੁਰਮੀਤ ਰਾਏ ਜੀ ਨਾਲ ਗੱਲਬਾਤ ਕੀਤੀ ਸੀ, ਉਹਨਾਂ ਨੇ ਕਿਹਾ ਸੀ ਕਿਸ ਤਰ੍ਹਾਂ ਯੂਨੈਸਕੋ ਦੀ ਮਦਦ ਦੇ ਨਾਲ ਦਰਬਾਰ ਸਾਹਿਬ ਨੂੰ ਇੱਕ ਸਿੱਖ ਹੈਰੀਟੇਜ ਜਗ੍ਹਾ ਬਣਾਉਣਾ ਚਾਹੁੰਦੇ ਨੇ ਤਾਂ ਕਿ ਕੋਈ ਵੀ ਨਾਟ ਓਨਲੀ ਇੰਡੀਅਨ ਗਵਰਨਮੈਂਟ, ਕੋਈ ਬਾਹਰ ਦੇ ਦੇਸ਼ ਦੀ ਵੀ ਗਵਰਨਮੈਂਟ ਆ ਕੇ ਸਾਡੇ ਸਿੱਖ ਹੈਰੀਟੇਜ ਤੇ ਅਟੈਕ ਨਹੀਂ ਕਰ ਸਕਦੀ। ਇਹ ਜਿਹੜਾ ਪ੍ਰੋਜੈਕਟ ਸੀਗਾ ਇਹ ਵਿੱਚ ਹੀ ਰਹਿ ਗਿਆ, ਐਸਾ ਕਿਉਂ, ਐਂਡ ਹਾਊ ਕੈਨ ਵੀ ਹੈਲਪ ਫॉर ਦਿਸ ਪ੍ਰੋਜੈਕਟ? ਦੇਖੋ, ਇਹਦੇ ਤੁਹਾਡੇ ਸਵਾਲ ਦੇ ਦੋ ਕੰਪੋਨੈਂਟ ਨੇ। ਪਹਿਲੀ ਗੱਲ ਤਾਂ ਇਹ ਹੈ ਵੀ ਦਰਬਾਰ ਸਾਹਿਬ ਤੇ ਹਮਲਾ ਇਸ ਲਈ ਹੋਇਆ ਕਿ ਉਹ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਸੀ ਔਰ ਸਿੱਖਾਂ ਨੂੰ ਆਪਣੀ ਮੁੱਖ ਧਾਰਾ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਸੀ, ਜਿਹਦੇ 'ਚੋਂ ਕਾਫੀ ਹੱਦ ਤੱਕ ਕਾਮਯਾਬ ਰਹੇ। ਜੀ। ਦੂਸਰੀ ਗੱਲ ਕਿ ਵੀ ਅਸੀਂ ਫਿਊਚਰ 'ਚ ਇਹਨੂੰ ਕਿਵੇਂ ਰੋਕ ਸਕਦੇ ਹਾਂ, ਸਪਸ਼ਟ ਜਵਾਬ ਇਹ ਹੈ ਕਿ ਬਿਨਾਂ ਪੋਲੀਟੀਕਲ ਪਾਵਰ ਤੋਂ, ਬਿਨਾਂ ਖਾਲਿਸਤਾਨ ਆਪਣਾ ਸਾਡਾ ਨੇਸ਼ਨ ਹੋਇਆ, ਸਾਡਾ ਕੁਝ ਵੀ ਮਹਿਫੂਜ਼ ਨਹੀਂ ਹੈ। ਇਹ ਨਹੀਂ ਵੀ ਹਰਿਮੰਦਰ ਸਾਹਿਬ ਮਹਿਫੂਜ਼ ਨਹੀਂ ਹੈ, ਸਾਡੀ ਇੱਜ਼ਤ, ਸਾਡੀ ਆਬਰੂ, ਸਾਡੀ ਜਵਾਨੀ, ਸਾਡਾ ਜੋ ਕੁਝ ਵੀ ਬਚ ਵੀ ਗਿਆ ਹੈ ਇਹਨਾਂ 30 ਸਾਲਾਂ ਦੇ ਜ਼ੁਲਮਾਂ ਤੋਂ, ਉਹ ਵੀ ਮਹਿਫੂਜ਼ ਨਹੀਂ ਹੈ। ਜਿਸ ਤੇਜ਼ੀ ਨਾਲ ਪੰਜਾਬ ਦੇ ਵਿੱਚ ਭਈਆਂ ਨੂੰ ਲਿਆ ਕੇ ਯੂਪੀ ਬਿਹਾਰ ਦਿਆਂ ਨੂੰ ਜਿਹੜਾ ਹੈ ਉਹ ਵਸਾਇਆ ਜਾ ਰਿਹਾ, ਜਿਸ ਤੇਜ਼ੀ ਨਾਲ ਸਾਡੇ ਕਿਸਾਨ ਆਤਮਘਾਤ ਕਰ ਰਹੇ ਨੇ ਜਾਂ ਜ਼ਮੀਨਾਂ ਵੇਚ ਰਹੇ ਨੇ, ਕੁਛ ਜਿਵੇਂ ਡਰੱਗਸ ਦੇ ਵਿੱਚ ਚਲੇ ਗਏ ਨੇ, ਉਸ ਸਾਰੇ ਤੋਂ ਤਾਂ ਇੰਨੀ ਕੁ ਨਾਉਮੀਦੀ ਸਾਹਮਣੇ ਨਜ਼ਰ ਆਉਂਦੀ ਹੈ ਤੇ ਕਈ ਵਾਰੀ ਲੱਗਦਾ ਵੀ ਕਿਵੇਂ ਅਸੀਂ ਇਸ ਸਾਰਾ ਜਿਹੜਾ ਇਹਨਾਂ ਦਾ ਇੰਨੇ ਅਟੈਕ ਨੇ ਸਾਰੇ ਪਾਸੇ, ਇਹਨੂੰ ਕਿਵੇਂ ਸਰਵਾਈਵ ਕਰਾਂਗੇ। ਹੁਣ ਸਵਾਲ ਆਇਆ ਵਰਲਡ ਹੈਰੀਟੇਜ ਸਾਈਟ ਦਾ। ਜੀ। ਦਰਬਾਰ ਸਾਹਿਬ ਨੂੰ ਵਰਲਡ ਹੈਰੀਟੇਜ ਸਾਈਟ ਬਣਾਉਣ ਦੇ ਲਈ ਬੀਬੀ ਗੁਰਮੀਤ ਰਾਏ ਨੇ ਜਿਹੜਾ ਉਦਮ ਕੀਤਾ, ਉਹਦੀ ਡੋਜ਼ੀਅਰ ਦੀ ਕਾਪੀ ਉਹਨਾਂ ਨੇ ਮੈਨੂੰ ਵੀ ਦਿੱਤੀ, ਜੀ। ਸ਼ਾਇਦ 6-7 ਸਾਲ ਪਹਿਲਾਂ ਦੀ ਗੱਲ ਹੈ। ਔਰ ਉਹਦੇ 'ਚ ਉਸ ਵੇਲੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਔਰ ਉਸ ਤੋਂ ਬਾਅਦ ਈਵਨ ਜਗੀਰ ਕੌਰ, ਇਹਨਾਂ ਸਾਰਿਆਂ ਦਾ ਵੀ ਉਹਨੂੰ ਸਮਰਥਨ ਹਾਸਲ ਸੀ। ਔਰ ਉਹਦੇ 'ਚ ਕਾਫੀ ਕੁਛ ਜਿਹੜਾ ਹੈ ਉਹ, ਮੈਂ ਤਾਂ ਹਮਲੇ ਤੋਂ ਤਾਂ ਮੈਨੂੰ ਨਹੀਂ ਲੱਗਦਾ ਕਿ ਵੀ ਜੇ ਈਵਨ ਦੇ ਵੀ ਦੇਣ ਇਹ ਤੇ ਕੋਈ ਹਮਲੇ ਤੋਂ ਰੋਕ ਸਕਦਾ ਇੰਡੀਅਨ ਗਵਰਨਮੈਂਟ ਨੂੰ। ਜੀ। ਬੈਨੀਅਨ ਅਫਗਾਨਿਸਤਾਨ ਦੇ ਵਿੱਚ ਬੁੱਧ ਦੀਆਂ ਮੂਰਤੀਆਂ ਸੀ 2000 ਸਾਲ ਪੁਰਾਣੀਆਂ, ਉਡਾਤੀਆਂ ਤਾਲਿਬਾਨ ਨੇ। ਅੱਜ ਜਿੱਥੇ ਲੜਾਈ ਹੁੰਦੀ ਆ, ਹੋਰ ਕਿਹੜਾ ਮੁਲਕ ਪੀਰੂ ਕਿ ਕਿੱਥੇ ਕੀ ਚੱਲ ਰਿਹਾ, ਉੱਥੇ ਜਿਹੜੇ ਵਰਲਡ ਹੈਰੀਟੇਜ ਕਈ ਸਾਈਟ ਉਹ ਜਾ ਰਹੇ ਨੇ। ਮੈਨੂੰ ਇਸ ਹਵਾਲੇ ਨਾਲ ਨਹੀਂ, ਪਰ ਮੈਨੂੰ ਇਸ ਤੋਂ ਜ਼ਿਆਦਾ ਦੁਸ਼ਮਣ ਤਾਂ ਜੋ ਡਿਸਟਰਕਸ਼ਨ ਜਾਂ ਡਿਸਟਰੋਏ ਕਰਦਾ, ਉਹ ਆਪਣੇ ਜਿਹੜੇ ਕਾਰ ਸੇਵਾ ਵਾਲੇ ਬਾਬੇ ਨੇ। ਜੀ। ਜਿਸ ਤਰੀਕੇ ਨਾਲ ਸੰਗਮਰਮਰ ਥੱਪਣ ਦੇ ਨਾਂ ਥੱਲੇ ਉਹ ਜਿਹੜੀਆਂ ਸਾਰੀਆਂ ਪੁਰਾਤਨਤਾ ਦੀਆਂ ਨਿਸ਼ਾਨੀਆਂ ਨੇ ਉਹ ਮਿਟਾ ਰਹੇ ਨੇ। ਸੋ ਘੱਟੋ ਘੱਟ ਜੇ ਵਰਲਡ ਹੈਰੀਟੇਜ ਸਾਈਟ ਦੇ ਨਾਲ ਥੋੜ੍ਹਾ ਬਹੁਤ ਐਡਵਾਈਜ਼ਰੀ ਸਟੇਟਸ ਦੁਨੀਆ 'ਚ ਜਿਹੜੇ ਕੰਜ਼ਰਵ ਕਰਨ ਵਾਲੇ ਨੇ, ਕਿਉਂਕਿ ਇਹਨਾਂ ਦਾ ਬੀਬੀ ਗੁਰਮੀਤ ਵੀ ਜਿਹੜੇ ਨੇ ਇਸ ਫੀਲਡ ਦੇ ਨੇ,
ਕਿ ਕਿਵੇਂ ਕੰਜ਼ਰਵੇਸ਼ਨ ਕਰਨੀ ਹੈ, ਕਿਵੇਂ ਪ੍ਰੋਟੈਕਸ਼ਨ ਕਰਨਾ ਹੈ। ਸੋ ਕੋਈ ਨਾ ਕੋਈ ਸ਼੍ਰੋਮਣੀ ਕਮੇਟੀ ਘੱਟੋ ਘੱਟ ਕੱਲ੍ਹ ਨੂੰ ਕੋਈ ਵੀ ਚੇਂਜ ਕਰਨ ਲੱਗਿਆ ਮੇਨ ਸਟਰਕਚਰ ਦੇ ਵਿੱਚ ਜਾਂ ਦੂਜੇ, ਉਹਨਾਂ ਐਕਸਪਰਟਸ ਦੀ ਰਾਏ ਲੈ ਲੈਣਗੇ, ਔਰ ਤਾਂ ਕਿ ਜਿਹੜਾ ਕੁਝ ਮਾੜਾ ਮੋਟਾ ਬਚਿਆ ਹੋਇਆ ਹੈ ਹੈਰੀਟੇਜ ਦਾ, ਉਹਨੂੰ ਵੀ ਸੰਗਮਰਮਰ ਥੱਪ ਕੇ ਨਾ ਡਿਸਟਰੋਏ ਕਰ ਦੇਣ। ਪਰ ਕਿਉਂਕਿ ਕਈ ਵਾਰੀ ਤੁਸੀਂ ਨੋ ਮੈਟਰ ਤੁਹਾਡੀਆਂ ਇੰਟੈਂਸ਼ਨਸ ਕਿੰਨੀਆਂ ਪਿਓਰ ਨੇ, ਉਸ ਨੂੰ ਸੈਬੋਟਾਜ ਕਰਨ ਵਾਲੇ ਵੀ ਆ ਜਾਂਦੇ ਨੇ। ਇਹ ਇੱਕ ਇਸ਼ੂ ਬਣਾ ਦਿੱਤਾ ਗਿਆ ਔਰ ਉਹ ਜਿਹੜਾ ਸਾਰਾ ਪਾਰਟ ਸੀ ਉੱਥੇ ਸਟਾਲ ਕੀਤਾ ਹੋਇਆ। ਮੈਂ ਸਮਝਦਾ ਹਾਂ ਵੀ ਹੋ ਸਕਦਾ ਹੈ ਜਿਹੜੇ ਵਿਰੋਧ ਕਰਨ ਵਾਲੇ ਨੇ ਉਹਨਾਂ ਦੇ ਕੁਝ ਪੁਆਇੰਟ ਵੈਲਿਡ ਵੀ ਹੋਣ, ਲੇਕਿਨ ਇਸ ਮੁੱਦੇ ਦੇ ਉੱਤੇ ਜਿਹੜਾ ਆਉਣ ਵਾਲੇ ਸਮੇਂ ਜੇ ਖੁੱਲ੍ਹ ਕੇ ਡਿਬੇਟ ਹੋਏ, ਦੋਨੋਂ ਪੱਖ ਸਾਹਮਣੇ ਹੋਣ ਵੀ ਉਹਦੇ 'ਚੋਂ ਸਾਡਾ ਫਾਇਦਾ ਕੀ ਹੈ ਜਾਂ ਜਿਹੜੇ ਵਿਰੋਧ ਕਰਦੇ ਨੇ ਨੁਕਸਾਨ ਕੀ ਹੈ, ਤੇ ਮੇਰਾ ਖਿਆਲ ਹੈ ਵੀ ਅਸੀਂ ਜ਼ਿਆਦਾ ਬੈਟਰ ਸੋਲੂਸ਼ਨ ਤੇ ਅਰਾਈਵ ਹੋ ਸਕਦੇ ਹਾਂ। ਪਰ ਕਿਉਂਕਿ ਜਿਵੇਂ ਮੈਂ ਪਹਿਲਾਂ ਕਿਹਾ ਵੀ ਜੇ ਰੈਫਰੈਂਸ ਲਾਇਬ੍ਰੇਰੀ ਦਾ ਸਮਾਨ ਮੁੜਵਾਉਣਾ ਹੈ, ਪਾਵਰ ਸ਼੍ਰੋਮਣੀ ਕਮੇਟੀ ਹੈ ਜੀ। ਇਸੇ ਤਰ੍ਹਾਂ ਜੇ ਕੋਈ ਵੀ ਰਿਕਮੈਂਡੇਸ਼ਨ ਯੂਨੈਸਕੋ ਨੂੰ ਕਰਨੀ ਹੈ, ਉਹਦਾ ਕੰਟਰੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ। ਤੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਲਈ ਰਾਜ਼ੀ ਨਹੀਂ ਹੈ ਜਾਂ ਨਹੀਂ ਹੋਏਗੀ, ਤੇ ਫਿਰ ਅਸੀਂ ਜਿੰਨਾ ਮਰਜ਼ੀ ਬਾਹਰ ਪ੍ਰੈਸ਼ਰ ਵੀ ਬਿਲਟ ਕਰੀਏ, ਉਹ ਉਨੀ ਗੱਲ ਨਹੀਂ ਬਣਨੀ ਹੈ। ਸੋ ਮੈਨੂੰ ਲੱਗਦਾ ਹੈ ਵੀ ਇਸ ਦੇ ਉੱਤੇ ਫਰਦਰ ਡਿਬੇਟ ਹੋਣੀ ਚਾਹੀਦੀ ਹੈ ਇਸ ਇਸ਼ੂ ਜੀ। ਤੇ ਡਾਕਟਰ ਸਾਹਿਬ ਹੁਣ ਅਸੀਂ ਥੋੜੀ ਬਹੁਤੀ ਖਾਲਿਸਤਾਨ ਬਾਰੇ ਵੀ ਗੱਲਬਾਤ ਕਰਦੇ, ਬਿਕੋਜ਼ ਵੀ ਹੈਵ 15 ਮਿੰਟਸ ਲੈਫਟ। ਜਿਸ ਤਰ੍ਹਾਂ ਦਰਬਾਰ ਲੋਕ ਕਹਿੰਦੇ, ਕਾਫੀ ਲੋਕ ਪੀਪਲਸ ਹੈਵ ਅ ਵਿਊ ਪੁਆਇੰਟਸ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿਹਨੂੰ ਗਿਵ ਅਪ ਕਰ ਦੇਣਾ ਚਾਹੀਦਾ ਸੀਗਾ, ਉਹਨਾਂ ਨੂੰ ਦਰਬਾਰ ਸਾਹਿਬ ਦੇ ਉੱਪਰ ਹਮਲਾ ਕੀਤਾ ਸੀ। ਦੇ ਸ਼ੁਡ ਹੈਵ ਗਿਵ ਅਪ ਦੈਟ ਟਾਈਮ ਐਂਡ ਖਾਲਿਸਤਾਨ, ਨਹੀਂ ਤਾਂ ਖਾਲਿਸਤਾਨ ਬਣ ਜਾਣਾ ਸੀਗਾ। ਐਂਡ ਪਾਕਿਸਤਾਨ ਨੇ ਵੀ ਹੈਲਪ ਕਰ ਦੇਣੀ ਸੀ। ਇਸ ਆਰਗੂਮੈਂਟ ਵਿੱਚ ਕਿੰਨਾ ਕੁ ਦਮ ਹੈ? ਮੇਰੇ ਖਿਆਲ ਤੁਸੀਂ ਸਵਾਲ 'ਚ ਕਨਫਿਊਜ਼ ਹੋ ਗਏ ਥੋੜ੍ਹੇ ਜਿਹੇ ਜੀ। ਉਹਦੇ 'ਚ ਇਹਦੇ ਦੋ ਆਸਪੈਕਟ ਨੇ। ਇੱਕ ਤਾਂ ਇਹ ਹੈ ਕਿ ਜਿਹੜਾ ਇੰਡੀਅਨ ਆਰਮੀ ਜਨਰਲ ਜਾਂ ਜਿਹੜੀਆਂ ਸਰਕਾਰੀ ਲੈਵਲ ਦੀਆਂ ਕਿਤਾਬਾਂ ਲਿਖਵਾਈਆਂ ਗਈਆਂ ਕਿ ਜੀ ਤੁਸੀਂ ਟੈਂਕ ਕਿਉਂ ਲਿਆਂਦੇ ਜਾਂ ਡਿਸਟਰੋਏ ਕਿਉਂ ਕੀਤਾ, ਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਜੀ ਉਹਨਾਂ ਦਾ ਪਿੰਡਾਂ ਵਾਲਿਆਂ ਦਾ ਸੰਪਰਕ ਸੀ ਪਾਕਿਸਤਾਨ ਦੇ ਨਾਲ, ਉਹਨਾਂ ਨੇ ਮਾਨਤਾ ਦੇ ਦੇਣੀ ਸੀ, ਪਿੰਡਾਂ ਵਾਲਿਆਂ ਨੇ ਖਾਲਿਸਤਾਨ ਦਾ ਐਲਾਨਨਾਮਾ ਕਰ ਦੇਣਾ ਸੀ। ਔਰ ਬਰਾੜ ਨੇ ਤਾਂ ਇਹ ਕਿਹਾ ਕਿ ਜੀ ਹਜ਼ਾਰਾਂ ਲੋਕ ਜਿਹੜੇ ਨੇ ਉਹ ਪਿੰਡਾਂ 'ਚੋਂ ਨਿਕਲ ਪਏ ਸੀ ਹਰਿਮੰਦਰ ਸਾਹਿਬ ਵੱਲ ਆਉਣ, ਜੇ ਉਹ ਪ੍ਰੋਲੋਂਗ ਹੋ ਜਾਂਦਾ ਤੇ ਉਹਨਾਂ ਨੇ ਆ ਕੇ ਦਰਬਾਰ ਸਾਹਿਬ ਨੂੰ ਘੇਰ ਲੈਣਾ ਸੀ, ਔਰ ਸਾਡੇ ਲਈ ਉਹ ਫਿਰ ਕੰਟਰੋਲ ਨਹੀਂ ਸੀ ਹੋਣਾ। ਇਹਦੇ 'ਚੋਂ ਦੋ ਤਿੰਨ ਚੀਜ਼ਾਂ ਬੜੀਆਂ ਦਿਲਚਸਪ ਨਿਕਲਦੀਆਂ। ਹੁਣ ਇੱਕ ਪਾਸੇ ਤਾਂ ਹਕੂਮਤ ਇਹ ਕਹਿੰਦੀ ਹੈ ਕਿ ਜੀ ਪਿੰਡਾਂ ਵਾਲਿਆਂ ਦੇ ਨਾਲ ਮੁੱਠੀ ਭਰ ਲੋਕ ਸੀ, ਉਹਨਾਂ ਦੀ ਕੋਈ ਸਪੋਰਟ ਬੇਸ ਨਹੀਂ ਸੀ। ਪਰ ਜਦੋਂ ਹੁਣ ਉਹਨਾਂ ਦਾ ਜਰਨਲ ਆਪਣੀ ਕਿਤਾਬ 'ਚ ਕਹਿੰਦਾ ਜੀ ਹਜ਼ਾਰਾਂ ਲੋਕ ਤਾਂ ਪਿੰਡਾਂ 'ਚੋਂ ਨਿਕਲ ਪਏ ਸੀ, ਹੋਰ ਵੀ ਨਿਕਲ ਪੈਣੇ ਸੀ, ਅਸੀਂ ਉਹਨੂੰ ਕੰਟਰੋਲ ਰੱਖ ਹੀ ਨਹੀਂ ਸੀ ਸਕਦੇ ਉਹ ਉਸ ਘੇਰੇ ਨੂੰ। ਸੋ ਇਹ ਗੱਲ ਸਾਬਤ ਕਰਦੀ ਹੈ ਕਿ ਪਹਿਲਾ ਆਰਗੂਮੈਂਟ ਉਹਨਾਂ ਦਾ ਗਲਤ ਹੈ। ਆਲਰੇਡੀ ਪਿੰਡਾਂ ਵਾਲੇ ਵੀ ਲੋਕਾਂ ਦੇ ਵਿੱਚ ਇੱਕ ਪੋਪੂਲਰ ਫਿਗਰ ਸੀ, ਔਰ ਜੋ ਸਰਕਾਰ ਕਰ ਰਹੀ ਸੀ ਆਮ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਸੀ, ਔਰ ਲੋਕਾਂ ਦਾ ਵੱਸ ਨਹੀਂ ਚੱਲਿਆ। ਜਿਹੜੇ ਅਗਲੇ 10 ਸਾਲ ਜਿਨ੍ਹਾਂ ਨੇ ਰਜਿਸਟ ਕੀਤਾ ਉਹਨਾਂ ਦੇ ਹੀ ਪੁੱਤਰ ਧੀਆਂ ਸੀ ਉਸ ਧਰਤੀ ਵਾਲਿਆਂ ਦੀ। ਹੁਣ ਗੱਲ ਰਹਿ ਗਈ ਖਾਲਿਸਤਾਨ ਦੇ ਐਲਾਨ ਦੀ। ਹੁਣ ਪਿੰਡਾਂ ਵਾਲਿਆਂ ਦੀ ਜਿਹੜੀ ਕਲੋਜ਼ੈਸਟ ਸਟੇਟਮੈਂਟ ਇਸ ਮੁੱਦੇ ਤੇ ਆਉਂਦੀ, ਅੱਗੇ ਵੀ ਮੈਂ ਮੈਂਸ਼ਨ ਕੀਤਾ ਸੀ ਕਿ ਭਾਈ ਅਸੀਂ ਆਨੰਦਪੁਰ ਦੇ ਮਤੇ ਦੀ ਅਰਦਾਸ ਕੀਤੀ ਹੋਈ ਹੈ, ਔਰ ਆਨੰਦਪੁਰ ਦਾ ਮਤਾ ਸਾਲਮ ਤੌਰ ਦੇ ਉੱਤੇ ਜਿਹੜਾ ਆਨੰਦਪੁਰ 'ਚ ਪਾਸ ਹੋਇਆ 1973 ਵਾਲਾ, ਉਹ ਲਾਗੂ ਕਰਵਾਉਣਾ। ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ, ਇਹਨਾਂ ਨੇ ਦੇਖਣਾ ਕਿ ਸਾਨੂੰ ਨਾਲ ਰੱਖਣਾ ਕਿ ਨਹੀਂ ਰੱਖਣਾ। ਪਰ ਜਿਸ ਦਿਨ ਹਿੰਦੁਸਤਾਨ ਦੀ ਫੌਜ ਦੇ ਪੈਰ ਹਰਿਮੰਦਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੋ ਕਦੇ ਵੀ ਪਿੰਡਾਂ ਵਾਲਿਆਂ ਨੇ ਜੇ ਉਹਨਾਂ ਨੇ ਖਾਲਿਸਤਾਨ ਦਾ ਹੀ ਐਲਾਨ ਕਰਨਾ ਸੀ ਤਾਂ ਉਹਨਾਂ ਨੂੰ 29 ਮਈ ਨੂੰ, 30 ਮਈ ਨੂੰ, 31 ਮਈ ਨੂੰ, 1 ਜੂਨ ਜਦੋਂ ਫੌਜ ਆ ਗਈ ਸੀ ਉਦੋਂ ਵੀ ਐਲਾਨ ਕਰ ਸਕਦੇ ਸੀ। ਪਰ ਉਹ ਮੈਂ ਸਮਝਦਾ ਵੀ ਇੱਕ ਸੱਚਾਰੇ ਇਨਸਾਨ ਸੀ, ਜੋ ਉਹਨਾਂ ਨੇ ਅਰਦਾਸ ਕੀਤੀ ਹੋਈ ਸੀ ਆਨੰਦਪੁਰ ਦੇ ਮਤੇ ਦੀ, ਉਹਦੇ 'ਤੇ ਸਟਿਕ ਕੀਤੇ, ਔਰ ਉਸ ਦੇ ਮੁਤਾਬਕ ਹੀ ਉਹਨਾਂ ਨੇ ਸ਼ਹੀਦੀ ਦਿੱਤੀ ਅਕਾਲ ਤਖਤ ਦੇ ਰੂਬਰੂ। ਸੋ ਇਹ ਜਿਹੜਾ ਇੱਕ ਨੈਗੇਟਿਵ ਪ੍ਰੋਪੇਗੈਂਡਾ, ਕਿਉਂਕਿ ਉਹ ਜਸਟੀਫਾਈ ਨਹੀਂ ਕਰ ਸਕਦੇ ਕਿ ਵੀ ਉਹਨਾਂ ਦੇ ਖਿਲਾਫ ਕੋਈ ਕ੍ਰਿਮੀਨਲ ਕੇਸ ਤੁਸੀਂ ਰਜਿਸਟਰ ਨਹੀਂ ਕੀਤਾ ਹੋਇਆ, ਤੁਸੀਂ ਉਹਨਾਂ ਨੂੰ ਜਿਹੜਾ ਅਟੈਕ ਕਰਨ ਦੇ ਲਈ ਟੈਂਕ ਲੈ ਜਾਂਦੇ ਹੋ ਜੀ। ਉਹਨਾਂ ਨੇ ਕੋਈ ਦੇਸ਼ ਨੂੰ ਤੋੜਨ ਦੀ ਗੱਲ ਨਹੀਂ ਕੀਤੀ। ਆਨੰਦਪੁਰ ਦਾ ਮਤਾ ਦਾ ਵਿਦਨ ਕੰਟਰੀ ਜਿਹੜਾ ਫੈਡਰਲ ਸਿਸਟਮ ਦੀ ਗੱਲ ਕਰਦਾ, ਤੁਸੀਂ ਟੈਂਕਾਂ ਤੋਪਾਂ ਦੇ ਨਾਲ ਅਕਾਲ ਤਖਤ ਢਾਹ ਦਿੰਦੇ ਹੋ। ਹੁਣ ਉਹਨੂੰ ਜਸਟੀਫਾਈ ਕਰਨ ਲਈ ਇਹ ਵਿੱਚ ਖਾਲਿਸਤਾਨ ਲਿਆਉਣ, ਵਿੱਚ ਪਾਕਿਸਤਾਨ ਲਿਆਉਣ, ਵਿੱਚ ਕੋਈ ਹੋਰ ਲਿਆਉਣ, ਲੇਕਿਨ ਇਸ ਆਰਗੂਮੈਂਟ ਦੇ ਵਿੱਚ ਕੋਈ ਦਮ ਨਹੀਂ ਹੈ ਕਿ ਜਿਹੜਾ ਉਹਨਾਂ ਨੇ ਜੇ ਪਾਕਿਸਤਾਨ ਨਹੀਂ ਮਦਦ ਕਰਨੀ ਹੁੰਦੀ ਜਾਂ ਪਾਕਿਸਤਾਨ ਦੇ ਨਾਲ ਕੋਈ ਗੱਲ ਰਲੀ ਹੁੰਦੀ ਤਾਂ ਫਿਰ ਸ਼ਾਇਦ ਇਹ ਕਹਾਣੀ ਕਿ ਕਿਸੇ ਡਿਫਰੈਂਟ ਰੁਖ 'ਤੇ ਹੁੰਦੀ, ਤਾਂ ਅੱਜ 30 ਸਾਲ ਬਾਅਦ ਅਸੀਂ ਖਾਲਿਸਤਾਨ ਕਿਵੇਂ ਬਣੇਗਾ ਇਹ ਗੱਲ ਨਾ ਕਰ ਰਹੇ ਹੁੰਦੇ। ਖਾਲਿਸਤਾਨ ਇੱਕ ਹਕੀਕਤ ਹੁੰਦੀ, ਇਹ ਇੱਕ ਵੱਖਰਾ ਚੈਪਟਰ ਹੈ ਕਿ ਉਸ ਦੀਆਂ ਕੀ ਕੰਪਲਸ਼ਨਸ ਸੀ ਪਾਕਿਸਤਾਨ ਦੀਆਂ ਜਾਂ ਨਹੀਂ, ਕਿ ਉਹ ਖੁੱਲ੍ਹ ਕੇ ਉਹ ਤਾਂ ਕਸ਼ਮੀਰੀਆਂ ਦੇ ਮੁੱਦੇ ਦੇ ਉੱਤੇ ਜਿਹੜਾ ਉਹਨਾਂ ਦੀ ਪੋਜੀਸ਼ਨ ਕਈ ਵਾਰ ਬਦਲਦੀ ਹੈ, ਕਦੇ ਉਹ ਸਮਝੌਤੇ 'ਤੇ ਆ ਜਾਂਦੇ ਨੇ, ਕਦੇ ਦੂਜਾ।
ਸੋ ਸਾਡੇ ਮੁੱਦੇ ਤੇ ਤਾਂ ਕਿਸੇ ਨੇ ਕੀ ਸਪੋਰਟ ਕਰਨੀ ਸੀ ਜਾਂ ਕੀ ਹਮਾਇਤ ਕਰਨੀ ਸੀ। ਸੋ ਇਹ ਇਹਨਾਂ ਦਾ ਆਪਣਾ ਹੀ ਪ੍ਰੋਪੇਗੈਂਡਾ ਹੈਗਾ, ਆਪਣੇ ਗਲਤ ਕੰਮ ਨੂੰ ਸਿੱਖਾਂ ਦੇ ਖਿਲਾਫ ਜਿਹੜੀ ਉਹਨਾਂ ਨੇ ਸਰਵਨਾਸ਼ ਦੀ ਲੜਾਈ ਆਰੰਭੀ ਉਹਨੂੰ ਜਸਟੀਫਾਈ ਕਰਨ ਦੇ ਲਈ। ਜੀ, ਤੇ ਡਾਕਟਰ ਸਾਹਿਬ ਜਿਸ ਤਰ੍ਹਾਂ ਜੂਨ 84 ਤੋਂ ਬਾਅਦ ਸਿੱਖਾਂ ਦੇ ਨਾਲ ਇੱਕ ਨਸਲਕੁਸ਼ੀ ਤੋਂ ਬਾਅਦ ਇੱਕ ਦੂਸਰੀ ਨਸਲਕੁਸ਼ੀ ਹੋਈ, ਉਸ ਤੋਂ ਬਾਅਦ ਨਵੰਬਰ 84 ਦੀ ਨਸਲਕੁਸ਼ੀ ਹੋਈ, ਜਾਂ ਫਿਰ ਉਸ ਤੋਂ ਬਾਅਦ ਅਣਪਛਾਤੀਆਂ ਲਾਸ਼ਾਂ ਬਣਾ ਕੇ ਸਿੱਖ ਬੱਚਿਆਂ ਨੂੰ ਮਾਰ ਮੁਕਾਇਆ ਗਿਆ, ਉਸ ਤੋਂ ਬਾਅਦ ਹੁਣ ਜਿਸ ਤਰ੍ਹਾਂ ਡਰੱਗਸ ਦੇ ਹਵਾਲੇ ਨਾਲ ਅਸੀਂ ਗੱਲਬਾਤ ਕੀਤੀ, ਡਰੱਗਸ ਦੇ ਵਿੱਚ ਸਾਡੀ ਜਵਾਨੀ ਅੱਜ ਜਾ ਰਹੀ ਹੈ, ਤੇ ਇਸ ਸਭ ਤੋਂ ਇਸ ਤੇ ਕਿਸ ਤਰ੍ਹਾਂ ਬਚ ਸਕਦੇ ਆ? ਤੁਹਾਨੂੰ ਕੀ ਲੱਗਦਾ ਹੈ? ਇਹ ਦੈਟਸ ਫਰਸਟ ਕੁਐਸਚਨ, ਐਂਡ ਦ ਸੈਕੰਡ ਪਾਰਟ ਆਫ ਦ ਕੁਐਸਚਨ ਇਜ਼ ਕਿ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਸਿੱਖ ਕੌਮ ਹੈ ਸਹਾਰ ਕੇ ਬੈਠ ਗਈ ਹੈ ਜਾਂ ਫਿਰ ਉਹ ਉੱਠੇਗੀ? ਦੇਖੋ, ਜੇ ਅੱਜ ਸਿੱਖ ਕੌਮ ਦੇ ਹਵਾਲੇ ਨਾਲ ਲਗਭਗ 30 ਮਿਲੀਅਨ ਦੇ ਕਰੀਬ ਸਿੱਖ ਦੁਨੀਆ ਦੇ 150 ਤੋਂ ਜ਼ਿਆਦਾ ਦੇਸ਼ਾਂ 'ਚ ਵਸਦੇ ਨੇ ਜੀ, ਤਾਂ ਫਿਰ ਤੁਸੀਂ ਉਹਨਾਂ ਨੂੰ 3 ਸੈਗਮੈਂਟਸ ਦੇ ਵਿੱਚ ਸਿੱਖ ਕੌਮ ਦੇ ਰਿਸਪੌਂਸ ਜਾਂ ਫਿਊਚਰ ਜਾਂ ਪ੍ਰੈਜ਼ੈਂਟ ਨੂੰ ਦੇਖ ਸਕਦੇ ਹੋ। ਇੱਕ ਸਿੱਖ ਤਾਂ ਉਹ ਜਿਹੜੇ ਪੰਜਾਬ ਦੇ ਨਕਸ਼ੇ 'ਚ ਨੇ, ਹਾਂਜੀ, ਇੱਕ ਉਹ ਜਿਹੜੇ ਪੰਜਾਬ ਤੋਂ ਬਾਹਰ ਭਾਰਤ ਦੇ ਦੂਸਰੇ ਸੂਬਿਆਂ 'ਚ ਨੇ, ਇੱਕ ਉਹ ਜਿਹੜੇ ਭਾਰਤ ਦੇ ਨਕਸ਼ੇ ਤੋਂ ਬਾਹਰ ਦੁਨੀਆ ਦੇ ਸਾਰੇ ਦੇਸ਼ਾਂ 'ਚ ਨੇ। ਲਗਭਗ 35 ਲੱਖ ਤੋਂ 40 ਲੱਖ ਤੱਕ 3.5 ਮਿਲੀਅਨ to 4 ਮਿਲੀਅਨ ਸਿੱਖਸ ਜਿਹੜੇ ਨੇ ਉਹ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨੇ, ਜਿਨ੍ਹਾਂ ਨੂੰ ਅਸੀਂ ਡਾਇਸਪੋਰਾ ਸਿੱਖਸ ਕਹਿੰਦੇ। ਬੇਸ਼ੱਕ 30 ਸਾਲਾਂ 'ਚ ਇੱਕ ਪੂਰੀ ਜਨਰੇਸ਼ਨ 25 ਸਾਲ ਬਾਅਦ ਬਦਲ ਜਾਂਦੀ ਹੈ, ਲੇਕਿਨ ਬਾਹਰਲੇ ਸਿੱਖ ਕਿਉਂਕਿ ਬਾਹਰਲੇ ਮੁਲਕਾਂ ਦੀਆਂ ਆਜ਼ਾਦੀ ਦੀਆਂ ਕਦਰਾਂ ਕੀਮਤਾਂ ਦੇ ਨਾਲ ਵੀ ਪੂਰੀ ਤਰ੍ਹਾਂ ਉਸ ਨੂੰ ਸਮਝਦੇ ਸੀ ਜੀ, ਵੋਕਲ ਵੀ ਹੋਏ। ਔਰ ਖੁਸ਼ੀ ਦੀ ਗੱਲ ਹੈ ਕਿ ਸਾਡੀ ਜਿਹੜੀ ਅਗਲੀ ਜਨਰੇਸ਼ਨ ਇੱਥੋਂ ਦੇ ਜੰਮਪਲ ਵੀ ਨੇ ਉਹ ਆਪਣਾ ਦੇਸ਼ ਖਾਲਿਸਤਾਨ ਲੈਣ ਪ੍ਰਤੀ ਪੂਰੇ ਉਤਸ਼ਾਹ 'ਚ ਨੇ, ਔਰ ਉਹਨਾਂ ਦੀ ਸਟਰੈਂਥ ਜਿਹੜੀ ਹੈ ਉਹ ਸਾਬਤ ਹੁੰਦੀ ਹੈ, ਭਾਵੇਂ ਇਹ UN ਦੇ ਬਾਹਰ ਮਾਰਚ ਜਿਹੜਾ ਅੱਜ ਹੋਇਆ ਜਾਂ ਜਿਸ ਤਰੀਕੇ ਦੇ ਨਾਲ ਲੰਡਨ ਦੇ ਵਿੱਚ ਐਤਵਾਰ ਉੱਥੇ ਵੀ 70-80 ਹਜ਼ਾਰ ਸਿੱਖ ਇਕੱਠੇ ਹੋ ਜਾਂਦੇ ਨੇ। ਮੈਂ ਪਿਛਲੇ ਹਫਤੇ ਕੈਲੀਫੋਰਨੀਆ ਸੀ, ਸ਼ਹੀਦੀ ਜੋੜ ਮੇਲਾ ਐਸਟੈਬਲਿਸ਼ ਹੋਇਆ, ਸਾਰੇ ਯੂਰਪ ਭਰ ਦੇ ਵਿੱਚ ਜਿਹੜੇ ਨੇ ਉਹ ਪ੍ਰੋਟੈਸਟ ਵੀ ਹੋ ਰਹੇ ਨੇ। ਔਰ ਅੱਜ ਸ਼ਾਇਦ ਸਵੀਡਨ ਜਾਂ ਨਾਰਵੇ ਕਿਸੇ ਐਮਬੈਸੀ ਦੇ ਬਾਹਰ ਕਿਸੇ ਨੇ ਐਮਬੈਸੀ ਦੇ ਅੰਦਰ ਜਾ ਕੇ ਖਾਲਿਸਤਾਨ ਦਾ ਪੋਸਟਰ ਚਮਕਾ ਦਿੱਤਾ ਸੀ ਕਿ ਅਸੀਂ ਆਜ਼ਾਦ ਹੋ ਗਏ। ਸੋ ਮੈਂ ਸਮਝਦਾ ਵੀ ਇਹ ਡਾਇਸਪੋਰਾ ਸਿੱਖਾਂ ਦੀ ਡੇਅਰ ਡੈਵਲਨੈਸ ਵੀ ਹੈ ਕਿ ਅਸੀਂ ਇਹਨਾਂ ਦੇ ਸਿਸਟਮ ਤੋਂ ਘਬਰਾਉਂਦੇ ਨਹੀਂ ਹੈ, ਭਾਵੇਂ ਉਹਨਾਂ ਨੇ ਸਾਨੂੰ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਲਿਆਉਣ ਲਈ 에ਅਰ ਇੰਡੀਆ ਵਾਲਾ ਬੜਾ ਕੰਡੈਮਨੇਬਲ ਐਕਟ ਕੀਤਾ। ਹਾਂਜੀ, ਦੂਸਰੇ ਸਿੱਖ ਪੰਜਾਬ ਤੋਂ ਬਾਹਰ ਦੇ ਸੂਬਿਆਂ 'ਚ ਅਨਫੋਰਚੂਨੇਟਲੀ ਉਹ ਪਹਿਲੇ ਦਿਨ ਤੋਂ ਹੀ ਜਦੋਂ 80ਵੇਂ ਤੋਂ ਵੀ ਲਹਿਰ ਚੱਲੀ, ਉਹਨਾਂ ਨੂੰ ਤਾਂ ਉਹਨਾਂ ਨੇ ਇੱਕ ਜਿਵੇਂ ਹੌਸਟੇਜ ਬਣਾਇਆ ਹੁੰਦਾ, ਉਹ ਤਾਂ ਹੌਸਟੇਜ ਨੇ ਇੰਡੀਅਨ ਸਟੇਟ ਦੇ। ਇਸ ਲਈ ਉਹਨਾਂ 'ਚ ਡਰ ਵੀ ਹੈ, ਘਬਰਾਹਟ ਵੀ ਹੈ, ਦਿਲੋਂ ਭਾਵੇਂ ਉਹਨਾਂ 'ਚ ਜ਼ਿਆਦਾ ਸਿੱਖੀ ਸਰੂਪ ਵਾਲੇ ਨੇ ਜਾਂ ਸਿੱਖੀ ਵੈਲਿਊਜ਼ ਵਾਲੇ ਨੇ, ਪਰ ਉਹਨਾਂ ਦੇ ਲਈ ਤਾਂ ਫਰੀडम ਦੀ ਗੱਲ ਕਰਨਾ ਜਿਹੜਾ ਮੌਤ ਨੂੰ ਆਵਾਜ਼ਾਂ ਮਾਰਨਾ। ਸੋ ਉਹ ਦਬੇ ਹੋਏ ਨੇ। ਉਹ ਕੁਛ ਹਿੰਦੂਆਂ ਵਾਲੇ ਕਰਮ ਵੀ ਕਰਨ ਲੱਗ ਗਏ, ਜਗਰਾਤੇ ਕਰਾਉਣ ਲੱਗ ਗਏ, ਕੋਈ ਹੋਰ ਸਾਰਾ ਉਹਨਾਂ ਨੂੰ ਦੱਸਣ ਲਈ ਜੀ ਅਸੀਂ ਇੱਕੋ ਹੀ ਹਾਂ, ਹਿੰਦੂ ਸਿੱਖ ਭਾਈ ਭਾਈ। ਉਹ ਜ਼ਿਆਦਾ ਉੱਚਾ ਨਾਰਾ ਲਾਉਂਦੇ ਨੇ ਆਪਣੇ ਆਪ ਨੂੰ ਸੇਵ ਕਰਨ ਦੇ ਲਈ। ਸੋ ਉਹਨਾਂ ਨੂੰ ਰਾਦਰ ਫਿਕਰ ਹੁੰਦਾ ਹੈ ਕਈ ਵਾਰੀ ਕਿ ਜੀ ਜੇ ਨੇਸ਼ਨ ਬਣਦਾ ਸਾਡਾ ਕੀ ਬਣੇਗਾ, ਇੱਥੇ ਸਾਡੇ ਕਾਰੋਬਾਰ ਨੇ, ਦੂਜੇ ਨੇ, ਕਈ ਵਾਰੀ ਉਹ ਕਰਸ ਵੀ ਕਰਦੇ ਨੇ ਕਿ ਵੀ ਐਵੇਂ ਬਾਹਰਲੇ ਸਿੱਖ ਸਾਨੂੰ ਮਰਵਾਉਣਗੇ। ਹੁਣ ਰਹਿ ਗਈ ਗੱਲ ਪੰਜਾਬ ਦੇ ਸਿੱਖਾਂ ਦੀ, ਜਿੱਥੇ ਜਿਹੜਾ ਸਾਡਾ ਰੀਅਲ ਹੋਮਲੈਂਡ ਹੈ, ਜਿੱਥੇ ਮੈਜੋਰਟੀ 80% ਦੀ ਦੁਨੀਆ ਭਰ ਦੇ ਸਿੱਖਾਂ ਦੀ ਜਿਹੜੀ ਆਬਾਦੀ ਆ ਉਹ ਉਸ ਬੈਲਟ ਦੇ ਵਿੱਚ ਪੰਜਾਬ ਜਾਂ ਲਾਗਲੇ ਥਾਵਾਂ ਦੇ ਉੱਤੇ ਵਸਦੇ ਜੀ। ਉਹ ਲੜੇ ਨੇ ਲਾਈਕ ਟਾਈਗਰਸ ਜੀ, ਉਹਨਾਂ ਨੇ ਰੈਜ਼ਿਸਟੈਂਸ ਦਿੱਤੀ ਹੈ। ਉਹੀ ਨੇ ਜਿਨ੍ਹਾਂ ਦੀਆਂ ਲਾਸ਼ਾਂ ਅਣਪਛਾਤੀਆਂ ਹੋਈਆਂ ਅੱਜ ਵੀ, ਭਾਵੇਂ ਉਹ ਕਾਨੂੰਨੀ ਲੜਾਈ ਦੀ ਗੱਲ ਹੋਏ। ਹੁਣ ਪੰਜਾਬ ਦਾ ਇੱਕ DG ਸ਼ਰਮਾ DGP ਪਰਸੋਂ ਹੀ ਇਹਨੇ ਰੋਪੜ ਦੀ ਅਦਾਲਤ ਨੇ ਉਹਨੂੰ ਇੰਡਾਇਕਟ ਕੀਤਾ। 1992-93 ਦਾ ਰੋਪੜ ਦਾ ਇੱਕ ਮੁੰਡਾ ਚੱਕਿਆ ਹੋਇਆ ਸੀ, ਲੇਕਿਨ ਉਹ ਪੇਰੈਂਟ, ਉਹ ਬਾਪ ਘਰ ਨਹੀਂ ਬੈਠਾ। 2 ਵਾਰੀ ਕੇਸ ਖਾਰਜ ਹੋਇਆ, ਉਹ ਇੱਧਰ ਗਿਆ ਉੱਧਰ ਗਿਆ। ਅਲਟੀਮੇਟਲੀ ਹੁਣ ਇਸੇ ਤਰ੍ਹਾਂ ਖਾਲੜਾ, ਜਸਵੰਤ ਸਿੰਘ ਖਾਲੜਾ ਕੇਸ ਹੈ, ਸਤਨਾਮ ਸਿੰਘ ਮਾਣਕ ਜਿਹੜਾ ਪੁਲਿਸ ਕੈਟ ਸੀ ਜਿਹਨੇ ਗੱਲ ਸਾਹਮਣੇ ਲਿਆਂਦੀ। ਸੋ ਇਸ ਦੇ ਬਾਵਜੂਦ ਕਿ ਉਸ ਪੰਜਾਬ ਮੇਨ ਸਟਰੀਮ ਨੂੰ ਉਹਨਾਂ ਨੇ ਡਰੱਗਸ ਦੀ ਡੈਨ ਬਣਾ ਦਿੱਤਾ ਜੀ, ਕਲਚਰਲ ਡੀਜਨਰੇਸ਼ਨ ਪੈਦਾ ਕਰ ਦਿੱਤੀ ਹੈ। ਬਾਦਲ ਵਰਗੇ ਨੂੰ ਆਪਣੀ ਕੁਹਾੜੀ ਦਾ ਦਸਤਾ ਬਣਾ ਕੇ ਉਹਨਾਂ ਨੂੰ ਜਿਹੜਾ ਹੈ ਬਿਲਕੁਲ ਕਿਰਾਏ ਪਾਉਣ ਦਾ ਯਤਨ ਹੈ ਜਾਂ ਹਿੰਦੂਤਵਾ ਦੇ ਰੱਥ ਦੇ ਪਿੱਛੇ ਤੋਰਿਆ। ਪਰ ਇਹ ਕਿੰਨੀ ਮਾਣ ਵਾਲੀ ਗੱਲ ਹੈ ਕਿ ਜਿਹੜਾ ਅਰਵਿੰਦ ਕੇਜਰੀਵਾਲ, ਜਿਹਨੂੰ ਭਾਰਤ ਭਰ 'ਚ ਕਿਤੇ ਕੋਈ ਸੀਟ ਨਹੀਂ ਮਿਲਦੀ, ਤੇ ਜਿਸ ਮੋਦੀ ਦੀ ਵੇਵ ਮੋਦੀ ਆ ਗਿਆ ਸਾਰੇ ਭਾਰਤ ਭਰ 'ਚ ਚੱਲਦੀ ਹੈ 1-2 ਸੂਬਿਆਂ ਨੂੰ ਛੱਡ ਕੇ, ਉਸ ਮੋਦੀ ਦਾ ਰੱਥ ਪੰਜਾਬ ਦੇ ਲੋਕ ਰੋਕਦੇ ਨੇ, ਪੰਜਾਬ ਦੇ ਸਿੱਖ ਰੋਕਦੇ ਨੇ। ਮੋਦੀ ਤੋਂ ਬਾਅਦ ਜਿਹੜਾ ਮੋਸਟ ਇੰਪੋਰਟੈਂਟ ਬਲੂ ਆਈਡ ਬॉय RSS ਦਾ ਜਿਹੜਾ ਅਰੁਣ ਜੇਤਲੀ,
ਉਹਨੂੰ ਅੰਮ੍ਰਿਤਸਰ 'ਚ 1,30,000 ਵੋਟਾਂ ਦੇ ਨਾਲ ਸਿੱਖ ਹਰਾਉਂਦੇ ਨੇ, ਜਿੱਥੇ 64% ਸਿੱਖ ਪਾਪੂਲੇਸ਼ਨ ਹੈ। ਜੀ ਬਿਲਕੁਲ। ਇਸੇ ਤਰ੍ਹਾਂ ਕੁੱਲ ਬੇਸ਼ੱਕ ਅਸੀਂ ਕੋਈ ਕੇਜਰੀਵਾਲ ਦੇ ਕੋਈ ਪਾਰਟੀ ਨੀਤੀਆਂ ਦੇ ਹਮਾਇਤੀ ਨਹੀਂ ਹੈ, ਇੰਡੀਵਿਜੂਅਲੀ ਅਸੀਂ ਐਡਮਾਇਰ ਕਰਦੇ ਹਾਂ ਉਸ ਦੇ ਕਰੇਜ ਨੂੰ, ਉਹਨਾਂ ਬੇਈਮਾਨਾਂ 'ਚ ਰੈਲੇਟਿਵਲੀ ਇਮਾਨਦਾਰ ਹੈ, ਪਰ ਸਿੱਖ ਏਜੰਡਾ ਤਾਂ ਨਹੀਂ ਹੈ। ਪਰ ਇੱਥੇ ਸਾਡੀਆਂ ਧਿਰਾਂ ਦੀ ਫੇਲਿਓਰ ਹੈ, ਔਰ ਮੈਨੂੰ ਇਹ ਕਹਿਣ 'ਚ ਕੋਈ ਝਿਜਕ ਨਹੀਂ ਹੈ ਕਿ ਸਾਡੀਆਂ ਪੰਥਕ ਧਿਰਾਂ ਨੇ ਬੀਤੇ ਔਰ ਅੱਜ ਵੀ ਕੌਮ ਨੂੰ ਅਗਵਾਈ ਨਹੀਂ ਦਿੱਤੀ, ਤੀਸਰਾ ਬਦਲ ਨਹੀਂ ਦਿੱਤਾ ਕਾਂਗਰਸ ਔਰ ਅਕਾਲੀਆਂ ਦੇ ਬਰਾਬਰ। ਨਤੀਜੇ ਦੇ ਤੌਰ ਤੇ ਉਹ ਜਿਹੜੀ 25% ਦੀ ਕਾਂਸਟੀਚੁਐਂਸੀ ਹੈ, ਜਿਹੜੀ ਕਾਂਗਰਸ ਔਰ ਅਕਾਲੀ ਦੋਨਾਂ ਨੂੰ ਪੰਜਾਬ ਦਾ ਦੁਸ਼ਮਣ ਸਮਝਦੀ ਹੈ, ਸਿੱਖਾਂ ਦਾ ਦੁਸ਼ਮਣ ਸਮਝਦੀ ਹੈ, ਉਹ ਕਿਸੇ ਤੀਸਰੇ ਬਦਲ ਦੀ ਆਸ ਵਿੱਚ ਕੇਜਰੀਵਾਲ ਦੀ ਪਾਰਟੀ ਵੱਲ ਝੁਕੀ ਹੈ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਜਿਹੜਾ ਤੁਹਾਡੇ ਸਵਾਲ ਦਾ ਦੂਜਾ ਕੰਪੋਨੈਂਟ ਸੀ ਕਿ ਸਿੱਖ ਸੌਂ ਗਏ ਨੇ, ਨਹੀਂ, ਸੁੱਤੇ ਨਹੀਂ ਹੈਗੇ। ਉੱਥੇ ਜਿਹਨਾਂ ਨੂੰ ਤਾਂ ਡਰੱਗ ਖਵਾ ਕੇ ਸਵਾ ਦਿੱਤਾ ਉਹਨਾਂ ਦਾ ਤਾਂ ਕੀ ਕਹਿਣਾ, ਪਰ ਜਿਹੜੇ ਵੀ ਥੋੜੀ ਬਹੁਤ ਅਵੇਅਰਨੈਸ ਰੱਖਦੇ ਨੇ ਹਾਂਜੀ ਉਹਨਾਂ ਦੇ ਵਿੱਚ ਕੌਮੀ ਜਜ਼ਬਾ ਵੀ ਹੈ। ਔਰ ਪਿਛਲੇ ਸਾਲਾਂ 'ਚ ਅਸੀਂ ਦੇਖੀਏ 2012 'ਚ ਭਾਈ ਰਾਜੋਆਣਾ ਦੇ ਮਾਮਲੇ 'ਚ ਜਦੋਂ ਬਲੈਕ ਵਾਰੰਟ ਜਾਰੀ ਹੋਏ, ਉਹਨਾਂ ਨੂੰ ਫਾਂਸੀ ਦੇਣ ਦੇ 2 ਵਾਰ ਜਾਂ 3 ਵਾਰ ਕਿਵੇਂ ਸਾਰਾ ਪੰਜਾਬ ਕੇਸਰੀ ਰੰਗ 'ਚ ਰੰਗਿਆ ਗਿਆ। ਗੁਰਬਖਸ਼ ਸਿੰਘ ਦੀ ਹੜਤਾਲ ਦੇ ਵੇਲੇ 42 ਦਿਨਾਂ 2013 ਦੇ ਵਿੱਚ ਕਿਵੇਂ ਇੱਕ ਮੋਮੈਂਟਮ ਖੜੀ ਹੋ ਗਈ। ਸੋ ਉਸ ਧਰਤੀ ਤੇ ਗੁਰੂ ਸਾਹਿਬਾਨ ਦੀ ਸਿੱਖ ਸ਼ਹੀਦਾਂ ਦੀ ਬਹੁਤ ਕਮਾਈ ਹੈ। ਨੋ ਮੈਟਰ ਜੇ ਮੋਦੀ ਦਾ ਰੱਥ ਰੋਕਿਆ, ਹੋਰ ਨਾ ਕਿਤੇ ਰੋਕ ਲਿਆ ਕਿਸੇ ਨੇ, ਹਾਂਜੀ ਉਹ ਇੱਥੇ ਹੀ ਆ ਕੇ ਰੁਕਿਆ। ਸੋ ਮੈਂ ਸਮਝਦਾ ਹੈ ਵੀ ਇਸ ਸਾਰੇ ਦੀ ਬੜੀ ਕੁਇਕ ਤਬਦੀਲੀ ਹੋਏਗੀ। ਇਹ ਬਾਦਲ ਟੱਬਰ ਹੋਇਆ, ਇਹ ਮਜੀਠੀਏ ਹੋਏ, ਇਹ ਦੂਜੇ ਹੋਏ, ਇਹ ਆ ਕੇ ਅਸਾਈਲਮ ਮੰਗਣਗੇ ਇੱਥੇ, ਤਾਂ ਇੱਥੇ ਵੀ ਸਿੱਖ ਕੁੱਟਣਗੇ ਇਹਨਾਂ ਨੂੰ ਕਿ ਵੀ ਤੁਸੀਂ ਕਿਤੋਂ ਆਏ ਹੋ। ਇਹ ਜਦੋਂ ਜਿਹੜਾ ਗੁੱਸਾ ਪੰਜਾਬ ਦੇ ਲੋਕਾਂ ਦਾ, ਜਿਨ੍ਹਾਂ ਦੇ ਬੱਚਿਆਂ ਨੂੰ ਤੁਸੀਂ ਮਾਰ ਰਹੇ ਹੋ ਡਰੱਗਸ ਖਵਾ ਕੇ, ਔਰ ਕੋਈ ਡਰੱਗ ਮਾਫੀਆ, ਕੋਈ ਸੈਂਡ ਮਾਫੀਆ, ਸੋ ਮੈਂ ਸਮਝਦਾ ਵੀ ਇਹ ਪੰਜਾਬ ਦਾ ਇਤਿਹਾਸ ਹੈ, ਸਿੱਖ ਕੌਮ ਦਾ ਇਤਿਹਾਸ ਹੈ। ਇੱਕ ਅੱਧੀ ਵਾਰੀ ਜ਼ੋਰ ਜ਼ੁਲਮ ਚੱਲ ਜਾਂਦਾ ਹੈ, ਹਾਂਜੀ ਉਹ ਔਰੰਗਜ਼ੇਬ ਦਾ ਵੀ ਚੱਲ ਗਿਆ ਸੀ, ਉਹ ਬਾਅਦ 'ਚ ਬਹਾਦਰ ਸ਼ਾਹ ਦਾ ਵੀ ਚੱਲ ਗਿਆ ਸੀ, ਲੇਕਿਨ ਜਦੋਂ ਫਿਰ ਸਿੱਖ ਆਪਣੀ ਆਈ ਤੇ ਆ ਜਾਂਦੇ ਨੇ ਔਰ ਗੁਰੂ ਦਾ ਥਾਪੜਾ ਸਿੱਖ ਕੌਮ ਨੂੰ ਹੈ, ਫਿਰ ਦਰਾ ਖੈਬਰ ਤੋਂ ਤਿੱਬਤ ਤੱਕ ਤੇ ਲਾਹੌਲ ਸਪੀਤੀ ਤੋਂ ਲੈ ਕੇ ਕਸ਼ਮੀਰ ਦੀਆਂ ਵਾਦੀਆਂ ਤੱਕ ਫਿਰ ਉਹ ਖਾਲਸਾਈ ਕੇਸਰੀ ਝੰਡੇ ਹੀ ਝੂਲੇ ਸੀ। ਔਰ ਅੱਜ ਵੀ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਸਾਡਾ ਆਜ਼ਾਦ ਪ੍ਰਭੂ ਸਦਾ ਸੰਪੰਨ ਦੇਸ਼ ਖਾਲਿਸਤਾਨ, ਇਹ ਇੱਕ ਨਿਸ਼ਚੇਵਾਚਕ ਸਾਡਾ ਨਿਸ਼ਾਨਾ ਔਰ ਸੱਤ ਹੈ। ਔਰ ਇਹ ਸੱਤ ਸਾਬਤ ਹੋਏਗਾ। ਸਿੱਖਾਂ ਨੇ ਬਹੁਤ ਜਲਦੀ ਉਸ ਫਿਜ਼ਾ ਨੂੰ ਬਦਲ ਦੇਣਾ ਹੈ। ਇਹ ਵਕਤ ਦੀ ਕਈ ਵਾਰੀ ਖੇਡ ਹੁੰਦੀ ਹੈ। ਕੌਮ ਅੱਜ ਵੀ ਕੁਝ ਕਮਜ਼ੋਰੀਆਂ ਦੇ ਬਾਵਜੂਦ, ਕਈ ਵਾਰੀ ਗੁਰਦੁਆਰਿਆਂ 'ਚੋਂ ਸਾਡੇ ਕੋਈ ਪ੍ਰੋਡਕਟਿਵ ਪ੍ਰੋਗਰਾਮ ਨਹੀਂ ਨਿਕਲਦੇ, ਉਹਦੀਆਂ ਸਾਨੂੰ ਸ਼ਿਕਾਇਤਾਂ ਵੀ ਨੇ, ਪਰ ਇਹਦੇ ਬਾਵਜੂਦ ਮੈਂ ਸਮਝਦਾ ਵੀ ਕੌਮ ਥਰਾਈਵਿੰਗ ਹੈ। ਕੌਮ ਦਾ ਨਿਸ਼ਾਨਾ, ਕੌਮ ਦੇ ਔਰ ਜਿਸ ਪਿਆਰ ਦੇ ਨਾਲ ਔਰ ਜਿਸ ਰੋਹ ਦੇ ਨਾਲ ਇਹ 30ਵੀਂ ਵਰ੍ਹੇਗੰਢ ਘੱਲੂਘਾਰੇ ਦੀ ਮਨਾਈ ਜਾ ਰਹੀ ਹੈ, ਇਹ ਹਿੰਦੁਸਤਾਨ ਦੀ ਹਕੂਮਤ ਨੂੰ ਵੀ ਵਕਤ ਪਿਆ। ਉਹਨਾਂ ਦੇ ਤੁਸੀਂ ਮੈਗਜ਼ੀਨ, ਰਸਾਲੇ, ਟਾਈਮਜ਼ ਆਫ ਇੰਡੀਆ ਦੂਜੇ ਤੀਜੇ ਚੁੱਕ ਕੇ ਦੇਖੋ, ਕਿਤੇ ਕਹਿਣਗੇ ਪਿੰਡਾਂ ਵਾਲੇ ਰੀਬੋਰਨ, ਕਿਤੇ ਕਹਿਣਗੇ ਦਾ ਘੋਸਟ ਆਫ ਖਾਲਿਸਤਾਨ ਬੈਕ, ਕਿਤੇ ਬਾਹਰਲੇ ਸਿੱਖਾਂ ਦੇ ਸਿਰ ਦੋਸ਼ ਦੇਣਗੇ। ਸੋ ਜਦੋਂ ਇਹ ਜ਼ਾਲਮ ਜਿਹੜੀ ਸਰਕਾਰ ਹੈ ਜਾਂ ਹਕੂਮਤ ਇਹ ਰੈਟਲ ਹੋ ਰਹੀ ਹੈ, ਸਮਝੋ ਸਾਡੀ ਮੂਵਮੈਂਟ ਪ੍ਰੋਗਰੈਸ ਕਰ ਰਹੀ ਹੈ, ਕਿਤੇ ਗਈ ਨਹੀਂ ਹੈ। ਜੀ ਬਿਲਕੁਲ। ਡਾਕਟਰ ਸਾਹਿਬ ਸਾਡੇ ਕੋਲ 2 ਮਿੰਟ ਰਹਿ ਗਏ ਨੇ ਐਟ ਦੀ ਐਂਡ, ਕਿਉਂਕਿ ਸਾਨੂੰ ਬਹੁਤ ਸਾਰੇ ਨਵੇਂ ਦਰਸ਼ਕ ਜੁੜੇ ਨੇ। ਅਸੀਂ ਜਾਣਨਾ ਚਾਹਾਂਗੇ ਖਾਲਿਸਤਾਨ ਸਾਨੂੰ ਕਿਸ ਤਰ੍ਹਾਂ ਹਾਸਿਲ ਹੋ ਸਕਦਾ ਹੈ, ਐਨੀ ਗਾਈਡਲਾਈਨ ਔਰ ਪ੍ਰੋਪਰ ਡਾਇਰੈਕਸ਼ਨ ਦੈਟ ਯੂ ਵਾਂਟ ਟੂ ਟੈਲ ਅਸ ਅ ਲਿਟਲ ਬਿਟ ਅਬਾਊਟ। ਦੇਖੋ 2 ਮਿੰਟ 'ਚ ਤਾਂ ਡਾਇਰੈਕਸ਼ਨ ਤੁਹਾਨੂੰ ਅਸੀਂ ਕੀ ਦੇ ਸਕਦੇ ਹਾਂ। ਮੈਂ ਇਹ ਸਮਝਦਾ ਵੀ ਸਭ ਤੋਂ ਵੱਡੀ ਗੱਲ ਇਰਾਦੇ ਦੀ ਹੁੰਦੀ ਹੈ ਜੀ। ਇੰਡੀਵਿਜੂਅਲ ਜ਼ਿੰਦਗੀ ਹੋਏ, ਜਦੋਂ ਤੁਸੀਂ ਕੋਈ ਗੋਲ ਰੱਖਦੇ ਹੋ, ਹੁਣ ਜਿਹਨੇ ਵੇਟ ਲੂਜ਼ ਕਰਨਾ ਹੁੰਦਾ ਹੈ ਉਹ ਰੱਖਦਾ ਹੈ ਕਿ ਵੀ ਮੈਂ ਜਿਮ 'ਚ ਅੱਧਾ ਪੌਣਾ ਘੰਟਾ ਜਾਣਾ, ਇੱਕ ਸ਼ੀਸ਼ਾ ਥੱਲੇ ਰੱਖਿਆ ਹੁੰਦਾ, ਇੱਕ ਸਾਹਮਣੇ ਸ਼ੀਸ਼ਾ, ਇੱਕ ਵੇਇੰਗ ਮਸ਼ੀਨ ਹੈ, ਦੂਸਰੇ ਉਹਨੂੰ ਪਤਾ ਹੁੰਦਾ ਜਿਵੇਂ ਮੈਂ ਮਹੀਨੇ 'ਚ ਇੰਨਾ ਲੂਜ਼, ਇੱਕ ਟਾਰਗੇਟ ਹੁੰਦਾ। ਇਸੇ ਤਰ੍ਹਾਂ ਤੁਸੀਂ ਕਰੀਅਰ ਦੇ ਵਿੱਚ ਮਿੱਥਦੇ ਹੋ ਕਿ ਵੀ ਅਸੀਂ ਉੱਥੇ ਪਹੁੰਚਣਾ, ਪਰ ਪਹਿਲਾਂ ਤੁਸੀਂ ਉਸ ਨਿਸ਼ਾਨੇ ਨੂੰ ਮਿੱਥ ਲੈਂਦੇ ਹੋ ਕਿ ਵੀ ਮੈਂ ਫਿਜ਼ੀਕਲ ਔਰ ਇੰਟੈਲੈਕਚੁਅਲ ਔਰ ਕਰੀਅਰ ਵਾਈਜ਼ ਕਿੱਥੇ ਜਾਣਾ। ਇਸੇ ਤਰ੍ਹਾਂ ਕੌਮਾਂ ਦਾ ਵੀ ਰਿਜ਼ੋਲਵ ਹੁੰਦਾ। ਜਦੋਂ ਕੌਮ ਇਹ ਰਿਜ਼ੋਲਵ ਕਰ ਲੇ, ਪਹਿਲੀ ਤਾਂ ਇਹ ਹੈ ਕਿ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ, ਇਹ ਬੇਸਿਕ ਗੱਲ। ਔਰ ਮੈਂ ਸਮਝਦਾ ਵੀ ਸਿੱਖਾਂ ਦੇ ਇੱਕ ਵੱਡੇ ਤਬਕੇ ਨੂੰ 30 ਸਾਲਾਂ ਦੇ ਵਿੱਚ ਕਾਫੀ ਕੁਝ ਸਮਝ ਆ ਗਿਆ। ਇੱਕ ਤੋਂ ਬਾਅਦ ਇੱਕ ਸਰਕਾਰ, ਨਵੰਬਰ 84 ਨਸਲਕੁਸ਼ੀ, ਕਿਸੇ ਨੂੰ ਕੋਈ ਸਜ਼ਾ ਨਹੀਂ, ਔਰ ਕਿਵੇਂ ਕਾਤਲ ਉੱਥੇ ਦੰਦਨਾਉਂਦੇ ਫਿਰਦੇ ਨੇ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਖਾਲਿਸਤਾਨ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਫਿਰ ਦੂਸਰਾ ਹੈ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਅਮੀਤ ਜੀ, ਕਿ ਕੀ ਉਦਮ ਕੀਤਾ ਜਾਏ। ਸੋ ਮੈਂ ਸਮਝਦਾ ਵੀ ਸਟ੍ਰੈਟੇਜਾਈਜ਼ ਕਰਨਾ ਹਰ ਪੱਖ ਤੋਂ, ਔਰ ਜਿਹੜੇ ਸਿਆਣੇ ਸਿੱਖ ਨੇ, ਕੋਈ ਗੁਰਮਤ ਦੇ ਫੀਲਡ 'ਚ ਕੰਮ ਕਰ ਰਿਹਾ ਹੈ, ਕੋਈ ਬੱਚਿਆਂ ਨੂੰ
ਸਿੱਖੀ ਸਿੱਖ ਇਤਿਹਾਸ ਨਾਲ ਜੋੜਨ ਦਾ ਕੰਮ ਕਰ ਰਿਹਾ ਹੈ, ਕੋਈ ਦੂਸਰੇ ਫੀਲਡਸ ਨੇ ਪੋਲੀਟੀਕਲੀ। ਇੱਥੇ ਵੀ ਸਾਡੇ ਜੰਮਪਲ ਬੱਚੇ, ਕੋਈ ਯੂਨਾਈਟਿਡ ਸਿੱਖਸ, ਕੋਈ ਸਿੱਖ ਕੋਲੀਸ਼ਨ, ਸੈਲਡੈਫ, ਇਹ ਸਾਰੀਆਂ ਹੀ ਜਿਹੜੀਆਂ ਛੋਟੀਆਂ ਛੋਟੀਆਂ ਭਾਵੇਂ ਸੜਕਾਂ ਲੱਗਦੀਆਂ ਹੋਣ, ਛੋਟੇ ਛੋਟੇ ਪਾਥਵੇ ਲੱਗਦੇ ਹੋਣ, ਪਰ ਇਹ ਸਾਰੇ ਹੀ ਖਾਲਿਸਤਾਨ ਦੇ ਗਾਡੀ ਰਾਹ ਨੂੰ ਜਾਂ ਪੰਥ ਦੀ ਚੜ੍ਹਦੀ ਕਲਾ ਦੇ ਰਸਤੇ ਦੇ ਨਾਲ ਹੀ ਕਨੈਕਟ ਹੋਏ ਹੋਏ ਨੇ ਜਾਂ ਹੋਣਗੇ। ਸੋ ਅਸੀਂ ਸਮਝਦੇ ਹਾਂ ਵੀ ਜਿਵੇਂ 19ਵੀਂ ਸਦੀ ਦੇ ਅਖੀਰ 'ਚ ਯਹੂਦੀਆਂ ਨੇ ਇਹ ਸਲੋਗਨ ਦਿੱਤਾ ਸੀ, ਯੂ ਵਿਲ ਇਟ ਯੂ ਵਿਨ ਇਟ, ਤੇ ਸਾਡੇ ਗੁਰੂ ਨੇ ਤਾਂ ਸਾਨੂੰ 3 ਸਦੀਆਂ ਪਹਿਲਾਂ ਇਹ ਕਿਹਾ, ਨਿਸ਼ਚੈ ਕਰ ਆਪਣੀ ਜੀਤ ਕਰੋ। ਇਸ ਗੱਲ ਦੇ ਉੱਤੇ ਨਿਸ਼ਚਾ ਕਰੀਏ ਵੀ ਅਸੀਂ ਜਿੱਤਣਾ, ਅਸੀਂ ਨੇਸ਼ਨ ਬਣਾਉਣਾ, ਅਸੀਂ ਮੁਗਲਾਂ ਦਾ ਤਖਤੋ ਤਾਜ ਨਹੀਂ ਰਹਿਣ ਦਿੱਤਾ, ਅਫਗਾਨਾਂ ਨੂੰ ਦਰਾ ਖੈਬਰ ਤੋਂ ਬਾਹਰ ਧੱਕਿਆ, ਅੰਗਰੇਜ਼ਾਂ ਨੂੰ 7 ਸਮੁੰਦਰ ਪਾਰ ਕਰਵਾਇਆ, ਤੇ ਇਹ ਕਿਹਦੇ ਪਾਣੀ ਹਾਰ ਨੇ ਜਿਹੜੇ ਅੱਜ ਬੈਠੇ ਤਾਂ 1000 ਸਾਲ ਜੁੱਤੀਆਂ ਖਾਂਦੇ ਰਹੇ ਨੇ, 1000 ਸਾਲ ਦੀ ਗੁਲਾਮੀ ਵਾਲੇ। ਨਾ ਇਹ ਸ਼ਿਵਲਰਸ ਨੇ, ਨਾ ਵਾਰੀਅਰ ਨੇ, ਨਾ ਓਨੈਸਟ ਨੇ, ਨਾ ਇਹਨਾਂ ਦੇ ਵਿੱਚ ਕੋਈ ਜਿਹੜੀ ਹੈ ਉਹ ਅਣਖ ਔਰ ਗੈਰਤ ਦਾ ਕਨਸੈਪਟ ਹੈ ਇਹਨਾਂ ਦੇ ਵਿੱਚ। ਸੋ ਸਿੱਖਾਂ ਕੋਲੇ ਸਾਰੇ ਹੀ ਟ੍ਰੇਟ ਨੇ ਜਿਹੜੇ ਮੈਂ ਕਿਹਾ ਵੀ ਇਹਨਾਂ 'ਚ ਨਹੀਂ ਨੇ। ਅਸੀਂ ਬਾਦਸ਼ਾਹ ਵੀ ਸੀ 1849 ਤੱਕ, ਅਣਖ ਨਾਲ ਜਿਉਣਾ ਗੁਰੂ ਨੇ ਸਾਨੂੰ ਸਿਖਾਇਆ, ਸਾਡਾ ਗਲੋਰੀਅਸ ਇਤਿਹਾਸ ਹੈ। ਇਹਨਾਂ 30 ਸਾਲਾਂ 'ਚ ਵੀ ਅਸੀਂ ਜਿਹੜੇ ਕਰਨ ਵਾਲੇ ਨੇ ਜ਼ੁਲਮ, ਉਹਨਾਂ ਨੂੰ ਸਜ਼ਾਵਾਂ ਵੀ ਦਿੱਤੀਆਂ, ਬਾਕੀ ਵੀ ਲੁਕੇ ਹੋਏ ਨੇ। ਜੇ ਬਰਾੜ ਦੇ ਉੱਤੇ 29 ਸਾਲ ਬਾਅਦ ਲੰਡਨ ਦੇ ਜੰਮਪਲ 4-5 ਮੁੰਡੇ ਕੁੜੀਆਂ ਆ ਕੇ ਉਹਨੂੰ ਪੈ ਜਾਂਦੇ ਨੇ ਵਿਚਾਰੇ ਖਾਲੀ ਹੱਥਾਂ ਨਾਲ ਹੀ, ਤੇ ਹੁਣ ਇਹ ਕੀ ਹੈ ਕਿ ਵੀ ਤੂੰ 30 ਸਾਲ ਪਹਿਲਾਂ ਜਿਹੜਾ ਸਾਡਾ ਹਮਲਾ ਕੀਤਾ ਸੀ ਤੈਨੂੰ ਛੱਡਣਾ ਨਹੀਂ ਹੈ। ਜੀ ਸੋ ਇਹੀ ਸਪਿਰਿਟ ਹੈ। ਕੌਮਾਂ ਜਿਹੜੀਆਂ ਨੇ ਉਹ ਦਮ ਦੇ ਨਾਲ, ਸਪਿਰਿਟ ਦੇ ਨਾਲ, ਆਪਣੇ ਚੜ੍ਹਦੀ ਕਲਾ ਦੇ ਨਾਲ ਜਿਹੜੀਆਂ ਨੇ ਉਹ, ਖਾਸ ਤੌਰ 'ਤੇ ਸਿੱਖ ਕੌਮ ਦਾ ਬੇਸ ਹੀ ਚੜ੍ਹਦੀ ਕਲਾ ਹੈ। ਜਿੱਦਣ ਅਸੀਂ ਇਹ ਰਿਜ਼ੋਲਵ ਛੱਡ ਦਿੱਤਾ ਹੈ, ਜਿੱਦਣ ਅਸੀਂ ਦਿਲਗੀਰੀ, ਉਦਾਸੀ ਇਹ ਸਾਰੇ ਲਏ, ਫਿਰ ਸਾਡੇ ਪੱਲੇ ਕੁਛ ਨਹੀਂ ਰਹੇਗਾ। ਇਹੀ ਸਾਡੀ ਸਟਰੈਂਥ ਹੈ, ਔਰ ਇਹੀ ਸਟਰੈਂਥ ਉਹ ਬੇਅੰਤ ਸਿੰਘ ਸਤਵੰਤ ਸਿੰਘ 'ਚ ਹੋਏ, ਜਿੰਦੇ ਸੁੱਖੇ 'ਚ ਹੋਏ, ਦਿਲਾਵਰ ਸਿੰਘ 'ਚ ਹੋਏ, ਰਾਜੋ ਆਣਾ ਜਾਂ ਹਵਾਰੇ 'ਚ ਹੋਇਆ। ਅੱਜ ਹਵਾਰਾ ਅਦਾਲਤ 'ਚ ਆਉਂਦਾ, ਪੁਲਿਸੀਏ ਨਾਲ ਖੜੇ ਐਂ ਲੱਗਦੇ ਨੇ ਕੈਦੀ ਇਹ ਹੋਣ ਜਿਵੇਂ, ਉਹ ਪੂਰਾ ਸ਼ੇਰ ਦੀ ਤਰ੍ਹਾਂ ਬੁੱਕਦਾ, ਭਾਵੇਂ ਬੇੜੀਆਂ ਨੇ, ਹੱਥਕੜੀਆਂ ਨੇ। ਸੋ ਜਦੋਂ ਤੱਕ ਸਿੱਖਾਂ ਦੀ ਇਹ ਸਪਿਰਿਟ ਕਾਇਮ ਹੈ, ਸਿੱਖਾਂ ਨੂੰ ਕੋਈ ਨਹੀਂ ਦਬਾ ਸਕਦਾ। ਔਰ ਖਾਲਿਸਤਾਨ ਹਾਸਿਲ ਕਰਨਾ ਸਿੱਖਾਂ ਦੇ ਲਈ ਅਵਸ਼ ਹੈ, ਕਿਉਂਕਿ ਇਸ ਤੋਂ ਬਿਨਾਂ ਮਸਲਾ ਹੱਲ ਨਹੀਂ ਹੋਣਾ, ਔਰ ਇਹ ਮੰਜ਼ਿਲ ਦੂਰ ਨਹੀਂ ਹੈ। दिल्ली तख्त पर बहेगी, आप गुरु की फौज, छतर चलेंगे शीस पर, बड़ी करेगी मौज। ये अल्टीमेट पंथ का रिजोल्व है। जी बिल्कुल डॉक्टर साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ TV 84 ਦੇ ਦਰਸ਼ਕਾਂ ਦੇ ਰੂਬਰੂ ਹੋਣ ਤੇ ਕੱਲੂਕਾਰਾ ਜੂਨ 84 ਦੇ ਪੂਰਾ ਵੇਰਵਾ ਦੇਣ ਤੇ ਸਾਡੇ ਬਾਕੀ ਕੁਐਸਚਨਸ ਦੇ ਆਨਸਰ ਕਰਨ ਲਈ। ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਅਸੀਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ ਅਸੀਂ ਇੱਥੇ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਮੰਡੇ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।